ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਮਨਪ੍ਰੀਤ ਰੰਧਾਵਾ, ਸੀਨੀਅਰ ਜਰਨਲਿਸਟ। ਮਨਪ੍ਰੀਤ ਜੀ, ਵੈਲਕਮ। ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਕੁਰਸੀ ਦੀ ਮਾਰਾਮਾਰੀ 'ਚ ਮੇਰੀ ਕੁਰਸੀ ਘੜੀ ਮੁੜੀ ਥੱਲੇ ਨੂੰ ਜਾਈ ਜਾਂਦੀ, ਮੈਨੂੰ ਬਾਰ-ਬਾਰ ਉੱਤੇ ਕਰਨੀ ਪੈਂਦੀ ਹੈ। ਇਹ ਵੀ ਸੰਕੇਤ ਹੀ ਹੁੰਦੇ ਆ। ਲੇਕਿਨ ਜੇਕਰ ਮੈਂ ਅੰਮ੍ਰਿਤਸਰੋਂ ਮੂਵ ਕਰਨਾ ਚਾਹਾਂ ਅੱਜ ਦੀ ਬਹਿਸ ਨੂੰ ਲੈ ਕੇ, ਅੱਜ ਦੀ ਡਿਸਕਸ਼ਨ ਨੂੰ, ਬਿਕਰਮ ਸਿੰਘ ਮਜੀਠੀਆ ਨਾਲ ਸੰਬੰਧਿਤ ਦੋ ਖਬਰਾਂ ਮੇਰੇ ਕੋਲ ਨੇ। ਇੱਕ ਕਿ ਜਿਹੜੀ ਪ੍ਰਿੰਟਿੰਗ ਪ੍ਰੈਸ ਵਿੱਚ ਛਪਾਈ ਹੋ ਰਹੀ ਸੀ ਚੋਣ ਪ੍ਰਚਾਰ ਸਮੱਗਰੀ ਦੀ, ਉਹਨੂੰ ਰੋਕ ਲਿਆ ਗਿਆ ਕਿ ਸ਼ਾਇਦ ਹਲਕਾ ਬਦਲਣਾ ਪੈ ਜਾਏ। ਦੂਜੀ ਗੱਲ ਕਿ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਦੀ ਸਥਾਨਕ ਕੋਠੀ, ਉਹਦੇ ਉੱਪਰਲੇ ਵਿਹੜੇ ਦੇ ਵਿੱਚ ਜਾਂ ਪਹਿਲੀ ਮੰਜ਼ਲ ਦੇ ਉੱਤੇ ਬੈਠਣ ਵਾਲੇ ਉਹਨਾਂ ਦੇ ਇੱਕ ਕਰੀਬੀ ਬੀਜੇਪੀ ਨਾਲ ਸ਼ਾਮਲ ਹੋ ਜਾਂਦੇ ਆ। ਜਦੋਂ ਉਹਨਾਂ ਇੱਕ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਿਆ ਸੀ। ਬੜੀ ਜਲਦੀ ਅਸਰ ਹੁੰਦਾ ਚੀਜ਼ਾਂ ਦਾ, ਤਾਂ ਹੀ ਉਹ ਕਹਿੰਦੇ ਬੋਲਣ ਲੱਗਿਆ ਸੋਚ ਸਮਝ ਕੇ ਅੱਗੇ ਵਧਣਾ ਚਾਹੀਦਾ। ਅਕਾਲੀ ਦਲ ਇਸੇ ਗੱਲ ਦੇ ਉੱਤੇ ਕੋਰ ਕਮੇਟੀ 'ਚ ਮੰਥਨ ਕਰਦਾ ਰਿਹਾ ਕਿ ਆਖਰ ਬੀਜੇਪੀ ਨਾਲ ਯਾਰ ਇਹ ਪੰਥਕ ਚਿਹਰੇ ਕਿਉਂ ਜਾਈ ਜਾਂਦੇ ਆ। 2 ਦਿਨ 4 ਦਿਨ ਪਹਿਲਾਂ ਤਾਂ ਇੱਥੇ ਰੌਲਾ ਪਿਆ ਰਿਹਾ ਕਿਸਾਨੀ ਨਾਲ ਸੰਬੰਧਿਤ, ਤੇ ਸਾਡੇ ਲੋਕਾਂ ਨੂੰ ਕੀ ਹੋ ਜਾਂਦਾ, ਕਿਵੇਂ ਬਦਲ ਜਾਂਦੇ ਆ। ਇਹ ਵੀ ਕੋਰ ਕਮੇਟੀ ਦੇ ਅੰਦਰ ਗੱਲ ਚੱਲਦੀ ਰਹੀ ਕਿ ਇਸ ਵਾਰੀ ਆਪਾਂ ਨਿਸ਼ਾਨੇ ਤੇ ਕਿਹਨੂੰ ਲਈਏ, ਕੌਣ ਸਾਡਾ ਸਭ ਤੋਂ ਜ਼ਿਆਦਾ ਨੁਕਸਾਨ ਕਰ ਸਕਦਾ। ਫਿਰ 5 ਵੱਡੇ ਲੀਡਰ ਬੈਠਦੇ ਆ ਪ੍ਰੈਸ ਕਾਨਫਰੰਸ ਵਿੱਚ ਤੇ ਉਹ ਕੇਜਰੀਵਾਲ ਨੂੰ ਬਾਹਰਲਾ ਦੱਸ ਕੇ ਉਹ ਕਹਿੰਦੇ ਪੰਜਾਬ ਬਰਦਾਸ਼ਤ ਨਹੀਂ ਕਰਦਾ ਤੁਸੀਂ ਜੋ ਕਰ ਰਹੇ ਹੋ, ਸਾਨੂੰ ਬਾਹਰ ਦਾ ਚਿਹਰਾ ਨਹੀਂ, ਇੱਥੇ ਲੋਕਲ ਦਿਓ, ਇਹ ਧਾੜਵੀ ਰਵੱਈਆ ਛੱਡੋ। ਅਗਲੀ ਗੱਲ ਚੱਲਦੇ ਆ। ਹਾਲਾਂਕਿ ਮੈਂ ਇਹ ਗੱਲ 'ਚ ਸ਼ਾਮਲ ਕਰਦੇ ਆ ਕਿ ਜਿਹੜੀ ਇਸ ਤੋਂ ਪਹਿਲੀ ਕੋਰ ਕਮੇਟੀ ਸੀ, ਜਿਸ ਦਿਨ ਬ੍ਰਹਮਪੁਰਾ ਸਾਹਿਬ ਵੀ ਜੁਆਇਨ ਕਰਦੇ ਆ, ਸ਼ਾਮਲ ਹੁੰਦੇ ਆ, ਉਦਣ ਕੁਝ ਦਰਸ਼ਨ ਹੋਰ ਸੀ। ਉਦਣ ਸੈਂਟਰ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਬ੍ਰਹਮਪੁਰਾ, ਤੇ ਉਹ ਫਿਰ ਦਰਜਾ ਬਦਰਜਾ ਲੋਕ ਬੈਠੇ ਸੀ। ਅਕਾਲੀ ਦਲ ਦੀ ਪੁਰਾਣੀ ਦਿੱਖ ਵੀ ਉਦੋਂ ਦਿਸੀ ਸੀ। ਲੇਕਿਨ ਅੱਜ ਫਿਰ ਪ੍ਰੈਸ ਕਾਨਫਰੰਸ ਦੇ ਵਿੱਚ ਲੰਘੇ ਦਿਨ ਉਹ ਨਵੇਂ 5 ਅਗਲੇ ਵਿਸਥਾਰ ਵਾਲੇ। ਚਲੋ ਅੱਗੇ ਚੱਲਦੇ ਆ ਜੀ। ਇਹੀ ਗੱਲ ਜਦੋਂ ਕਾਂਗਰਸ ਤੇ ਗਲਿਆਰਿਆਂ ਦੀ ਕਰਦੇ ਹੋ ਨਾ, ਅੰਦਰ ਏਡਾ ਘਮਸਾਨ ਆ, ਕਹਿੰਦੇ ਇਹ ਐਤਕੀ ਚਿਹਰੇ ਬਿਨਾਂ ਚੱਲ ਗਏ, ਲੋਕਾਂ ਨੇ ਤੁਹਾਨੂੰ ਬਖਸ਼ਣਾ ਨਹੀਂ। ਚਿਹਰਾ ਕਿਹੜਾ? 3 4 5 ਚਿਹਰਿਆਂ ਚੋਂ ਲੋਕਾਂ ਨੇ ਤੁਹਾਨੂੰ, ਆਪਣਿਆਂ ਦੀ ਦੁਬਦਾ ਤਾਂ ਹੈ ਹੀ ਆ, ਲੋਕਾਂ ਦੀ ਦੁਬਦਾ ਵੀ ਵਧਾ ਦੇਣੀ ਹੈ। ਸ਼ਾਇਦ ਬਾਜੀ ਨਾ ਹਾਰ ਜਾਓ, ਚਿਹਰਾ ਦਿਓ। ਹੁਣ ਚਿਹਰਾ ਕੌਣ ਦਿੱਤਾ ਜਾਵੇ, ਤੇ ਇੱਕ ਲੰਬੀ ਬਹਿਸ ਆ। ਜਦੋਂ ਮਨੀਸ਼ ਤਿਵਾੜੀ ਦੋਨਾਂ ਨੂੰ ਹੀ ਰੱਦ ਕਰ ਦਿੰਦੇ ਆ, ਚੰਨੀ ਔਰ ਸਿੱਧੂ ਨੂੰ, ਕਹਿੰਦੇ ਸੰਜੀਦਾ ਲਿਆਓ। ਮੈਨੂੰ ਲੱਗਦਾ ਤਿਵਾੜੀ ਸਾਹਿਬ ਆਪਣਾ ਵੀ ਰਾਹ ਲੱਭਦੇ ਆ ਕਿਤੇ, ਪਰ ਉਹ G23 ਚ ਆਉਂਦੇ ਆ। ਮੈਨੂੰ ਲੱਗਦਾ ਦਾ ਘੱਟ ਲੱਗਣਾ। ਖੈਰ, ਖੇਡ ਖੇਡਣ ਚ ਕੀ ਹਰਜਾ, ਬਿੱਟੂ ਵੀ ਅੱਜ ਕੱਲ ਸਰਗਰਮ ਆ। ਇਹਦੇ ਨਾਲ ਆਮ ਆਦਮੀ ਪਾਰਟੀ ਦੇ ਅੰਦਰ ਵੀ ਇਹ ਜ਼ੋਰ ਸ਼ੋਰ ਨਾਲ ਗੱਲ ਚੱਲ ਰਹੀ ਹੈ ਕਿ ਪਹਿਲਾਂ ਜਮਾ ਘਟਾਓ ਕਰ ਲਓ ਯਾਰ, ਇਹ ਸੰਯੁਕਤ ਸਮਾਜ ਮੋਰਚੇ ਵਾਲੇ ਕਿੰਨਾ ਕੁ ਅਸਰ ਪਾ ਜਾਣਗੇ, ਕਿੰਨਾ ਕੁ ਨੁਕਸਾਨ ਕਰਨਗੇ। ਇਹ ਲਗਾਤਾਰ ਬਹਿਸ ਅੰਦਰ ਚੱਲਦੀ ਆ। ਕੇਜਰੀਵਾਲ ਆਪਣੇ ਲੋਕਾਂ ਨਾਲ ਰਾਤੀ ਬਹਿ ਕੇ ਤੇ ਸਵੇਰੇ ਅਰਲੀ ਮਾਰਨਿੰਗ ਇਹੀ ਗੱਲਾਂ ਕਰਦੇ ਆ ਵੀ ਇਹ ਅਸਰ ਕਿਵੇਂ ਘਟਾਈਏ। ਫਿਰ ਕਹਿੰਦੇ ਇਹਨਾਂ ਤੇ ਹਮਲਾ ਨਾ ਕਰਿਓ, ਤਿੱਖਾ ਹਮਲਾ ਨਾ ਕਰਿਓ, ਪਿਆਰ ਕਰਿਓ। ਖੈਰ, ਬਿਕਰਮ ਮਜੀਠੀਆ ਕੋਲੋਂ ਪੁੱਛੇ ਗਏ ਸਵਾਲਾਂ ਦੇ ਕੁਝ ਅੰਸ਼ ਬਾਹਰ ਆਏ ਆ, ਇੱਕ ਅਖਬਾਰ ਨੇ ਛਾਪੇ, ਮੈਂ ਤੁਹਾਡੇ ਤੋਂ ਪੁੱਛਣਾ। ਇਹਦੇ ਸੰਬੰਧ ਦੇ ਵਿੱਚ ਹੀ ਅੱਗੇ ਨਸ਼ਿਆਂ ਦੇ ਮਾਮਲੇ 'ਚ ਜਿਹੜੇ ਚੋਣਾਂ ਦੇ ਦੌਰਾਨ ਨਸ਼ੇ ਚੱਲਦੇ ਆ, ਉਹਨਾਂ ਦੇ ਉੱਤੇ ਹਾਈ ਕੋਰਟ ਸਖਤ ਹੋਈ ਆ। ਕਹਿੰਦੇ ਰੋਡ ਮੈਪ ਕਿੱਥੇ ਆ? ਚੋਣ ਕਮਿਸ਼ਨ ਨੂੰ ਉਹਨਾਂ ਪੁੱਛਿਆ। ਵੈਸੇ ਮੈਨੂੰ ਮੇਰਾ ਪਿੰਡ ਯਾਦ ਆਉਂਦਾ ਹੈ, ਮੈਨੂੰ ਆਲੇ ਦੁਆਲੇ ਦੇ ਲੋਕ ਯਾਦ ਆਉਂਦੇ ਸਾਰੇ। ਜਦੋਂ ਸਰਪੰਚੀ ਦੀਆਂ ਇਲੈਕਸ਼ਨਾਂ ਹੁੰਦੀਆਂ ਉਦੋਂ ਤੇ ਬਹੁਤਾ ਹੀ ਨਜ਼ਾਰਾ ਹੁੰਦਾ ਲੋਕਾਂ ਦਾ। ਫਿਰ ਜਦੋਂ MLA ਦੀਆਂ ਹੁੰਦੀਆਂ ਉਦੋਂ ਵੀ ਸਰਪੰਚਾਂ ਪੰਚਾਂ ਦੇ ਭਾਅ ਦੀ ਬਣੀ ਹੁੰਦੀ ਹੈ। ਮੇਲੇ ਉਦੋਂ ਵੀ ਇਹਨਾਂ ਘਰਾਂ 'ਚ ਲੱਗੇ ਹੁੰਦੇ ਆ। ਦੇਖੋ, ਅਸੀਂ ਮੰਨੀਏ ਨਾ ਮੰਨੀਏ, ਜਿਹੜੀ ਘਰ ਦੀ ਕੱਢੀ, ਫਿਰ ਮੁੜ ਕੇ ਦੇਸੀ ਕਿਸਮ ਦੀਆਂ ਸ਼ਰਾਬਾਂ ਮਾਲਵੇ ਵੱਲ ਕਹਿੰਦੇ ਭੁੱਕੀ ਵੀ ਬੜੀ ਹੁੰਦੀ। ਕੋਈ ਨਹੀਂ ਇਸ ਗੱਲ ਤੋਂ ਮੁੱਕਰ ਸਕਦਾ ਕਿ ਇਹ ਟ੍ਰੈਂਡ ਨਹੀਂ ਹੈਗੇ। ਬਹੁਤ ਬੁਰੀ ਤਰ੍ਹਾਂ ਨਾਲ ਇਹਨਾਂ ਨੇ ਪ੍ਰਭਾਵਿਤ ਕੀਤਾ ਸਾਡੇ ਸਮਾਜ ਨੂੰ, ਤੇ ਕੋਈ ਨਹੀਂ ਇੱਥੇ ਮੂੰਹ ਖੋਲਦਾ, ਸਾਰੇ ਦੇ ਨਾਲ ਤੁਰਦੇ ਆ। ਯੂਪੀ ਦੇ ਵਿੱਚ ਵੀ ਕਾਫੀ ਟ੍ਰੈਂਡ ਬਦਲੇ ਆ। ਬੀਜੇਪੀ ਨੂੰ ਉੱਥੇ ਕਈ ਸੰਕਟ ਨੇ, ਔਰ ਬੀਜੇਪੀ ਨੂੰ ਪੰਜਾਬ ਦੇ ਵਿੱਚ ਵੀ ਜਿਹੜੀ ਇੱਕ ਮੀਟਿੰਗ ਹੋਈ ਆ, ਉਹਦੇ ਵਿੱਚੋਂ ਕੁਝ ਚੀਜ਼ਾਂ ਨਿਕਲ ਕੇ ਬਾਹਰ ਆਈਆਂ। ਮੈਂ ਤੁਹਾਡੇ ਤੋਂ ਪੁੱਛਣਾ, ਉਹ ਵੀ ਸੰਜੀਦਾ ਨੇ। ਲੇਕਿਨ ਬੀਜੇਪੀ ਦੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਸਮੇਤ ਅਕਾਲੀ ਦਲ ਦੇ ਔਰ ਕਾਂਗਰਸ ਦੇ ਔਰ ਹੋਰ ਪਾਰਟੀਆਂ ਦੇ ਬੜੇ ਵੱਡੇ ਆਗੂ ਗਏ ਨੇ। ਇਹ ਸਾਇਲੈਂਟ ਵਰਤਾਰਾ ਵੀ ਹੈ, ਅੰਦਰ ਖਾਤੇ ਬਹੁਤ ਕੁਝ ਵਾਪਰਿਆ। ਇਹਨਾਂ ਦੇ ਉੱਤੇ ਵੀ ਗੱਲ ਕਰਾਂਗੇ। ਤੇ ਇੱਕ ਜਿਹੜੀ ਸੁਪਰੀਮ ਕੋਰਟ ਨੇ ਕਮੇਟੀ ਬਣਾਤੀ ਪ੍ਰਧਾਨ ਮੰਤਰੀ ਦੇ ਮਾਮਲੇ 'ਚ, ਉਹਦੇ ਉੱਤੇ ਵੀ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਡੇ ਤੇ ਛੱਡਦਾ ਗੱਲ, ਕਿੱਥੋਂ ਸ਼ੁਰੂ ਕਰਨੀ ਆ ਤੁਸੀਂ ਕਰੋ। ਤੁਸੀਂ ਸਭ ਤੋਂ ਪਹਿਲਾਂ ਗੱਲ ਕੀਤੀ ਸੀ ਬਿਕਰਮ ਸਿੰਘ ਮਜੀਠੀਆ ਹੋਣਾ ਦੇ, ਜਿਹੜੇ ਕੱਲ ਉਹਨਾਂ ਨੂੰ ਸਵਾਲ ਜਵਾਬ ਕੀਤੇ ਆ। ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਪੁੱਛਗਿੱਛ 'ਚ ਸ਼ਾਮਲ ਹੋ ਗਿਆ, ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਬਹੁਤ ਸਾਰੀਆਂ ਚੀਜ਼ਾਂ ਬਾਹਰ ਆਈਆਂ ਨੇ
ਉਹਨਾਂ ਨੇ ਆਪ ਵੀ ਆ ਕੇ ਇੱਕ ਪੱਤਰਕਾਰਾਂ ਨਾਲ ਗੈਰ ਰਸਮੀ ਗੱਲ ਕੀਤੀ ਹੈ। ਲੇਕਿਨ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਇਸੇ ਗੱਲ ਤੋਂ ਕਿ ਉਹਨਾਂ ਨੂੰ ਸਵਾਲ ਜਵਾਬ ਕਿਸ ਤਰ੍ਹਾਂ ਦੇ ਹੋਏ ਆ। ਹਾਲਾਂਕਿ ਕਿਹਾ ਤਾਂ ਇਹ ਜਾਂਦਾ ਕਿ ਉਹਨਾਂ ਨੂੰ 100 ਤੋਂ ਵੱਧ ਸਵਾਲ ਕੀਤੇ ਗਏ। ਮੈਂ ਇੱਥੇ ਇਹ ਵੀ ਦੱਸਦਾ ਕਿ ਉਹ ਆਪਣੇ ਵਕੀਲਾਂ ਦੀ ਟੀਮ ਨਾਲ ਗਏ ਸੀ। 11 ਵਜੇ ਉਹਨਾਂ ਦਾ ਸਮਾਂ ਸੀ, ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਸੀ ਕਿ 11 ਵਜੇ ਤੁਸੀਂ SIT ਅੱਗੇ ਪੇਸ਼ ਹੋ ਜਾਣਾ। ਲੇਕਿਨ ਉਹ 1 ਮਿੰਟ ਪਹਿਲਾਂ ਹੀ ਪਹੁੰਚ ਗਏ। ਨਾਲ ਉਹਨਾਂ ਦੇ ਵਕੀਲਾਂ ਦੀ ਟੀਮ ਸੀ, ਉਹਨਾਂ ਨੂੰ ਫਸਟ ਫਲੋਰ ਤੇ ਹੀ ਉਹਨਾਂ ਨੂੰ ਰੋਕ ਲਿਆ ਗਿਆ ਕਿ ਤੁਸੀਂ ਇੱਥੇ ਬੈਠੋ, ਤੇ ਉਹਨਾਂ ਨੂੰ ਪਹਿਲੀ ਮੰਜ਼ਿਲ ਤੇ ਲੈ ਕੇ ਜਾਇਆ ਗਿਆ, ਜਿੱਥੇ ਉਹਨਾਂ ਨੂੰ ਸਵਾਲ ਜਵਾਬ ਕਰਨੇ ਸੀ। IPS ਆਫੀਸਰ ਸੀਗੇ ਅਰੁਣਪਾਲ ਸਿੰਘ, ਉਹ ਉੱਥੇ ਮੌਜੂਦ ਸੀ। B ਚੰਦਰਸ਼ੇਖਰ ਜਿਹੜੇ ADGP ਸੀ, ਉਹ ਖੈਰ ਥੱਲੇ ਫਸਟ ਫਲੋਰ ਤੇ ਬਹਿ ਕੇ ਸਾਰੀ ਗਤੀਵਿਧੀਆਂ ਤੇ ਨਜ਼ਰ ਰੱਖ ਰਹੇ ਸੀ। 4 DSP ਸੀ। ਇਹ ਸਾਰਾ ਕੁਝ ਕਿਹਾ ਜਾ ਰਿਹਾ। ਜਿਹੜੇ ਸਵਾਲ ਆ ਉਹ ਬਹੁਤ ਜ਼ਰੂਰੀ ਆ। ਸਵਾਲਾਂ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਜੀ, ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਡੇ ਵਿਆਹ ਤੇ ਕਿੰਨਾ ਖਰਚ ਹੋਇਆ, ਕਿਹਨੇ ਉਹ ਖਰਚਾ ਦਿੱਤਾ, ਕੀ ਤੁਹਾਨੂੰ ਪੈਸਾ ਬਾਹਰੋਂ ਆਇਆ ਸੀ। 1-2 ਨਾਂ ਉਹਨਾਂ ਨੇ ਖਾਸ ਤੌਰ ਤੇ ਲਿੱਤੇ, ਜਿਨ੍ਹਾਂ ਦੇ ਨਾਂ FIR ਦੇ ਵਿੱਚ ਵੀ ਹੈਗੇ ਆ, ਸਤਪ੍ਰੀਤ ਸਿੰਘ ਸੱਤਾ ਤੇ ਪਰਮਿੰਦਰ ਸਿੰਘ ਪਿੰਦੀ। ਉਹ ਕਹਿੰਦੇ ਕੀ ਇਹ ਤੁਹਾਡੇ ਵਿਆਹ ਤੇ ਆਏ ਸੀ, ਕੀ ਇਹਨਾਂ ਨੂੰ ਤੁਸੀਂ ਸਿਕਿਉਰਿਟੀ ਪ੍ਰਦਾਨ ਕੀਤੀ ਸੀ। ਫਿਰ ਇਹ ਸਾਰੇ ਸਵਾਲਾਂ ਤੋਂ ਬਾਅਦ ਉਹਨਾਂ ਨੇ ਜਿਹੜੇ ਸਾਬਕਾ ED ਦੇ ਨਿਰੰਜਨ ਸਿੰਘ ਆ, ਡਿਪਟੀ ਡਾਇਰੈਕਟਰ, ਉਹਨਾਂ ਬਾਰੇ ਵੀ ਸਵਾਲ ਜਵਾਬ ਕੀਤੇ। ਉਸ ਸਬੰਧ ਦੇ ਵਿੱਚ ਜੋ ਪਤਾ ਲੱਗਾ ਕਿ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਿਰੰਜਨ ਸਿੰਘ ਦੇ ਤਾਂ ਆਪ ਕੇਸ ਦਰਜ ਹੋਇਆ ਸੀ। ਇਹ ਪਤਾ ਲੱਗਾ ਕਿ ਸਾਰੇ ਸਵਾਲਾਂ ਦੇ ਜਵਾਬ ਉਹ ਲਗਭਗ 2.5 ਘੰਟੇ ਉਹਨਾਂ ਦੀ ਜਿਹੜੀ ਪੁੱਛਗਿੱਛ ਆ ਉਹ ਚੱਲੀ। ਹਾਲਾਂਕਿ ਜਦੋਂ ਬਿਕਰਮ ਸਿੰਘ ਮਜੀਠੀਆ ਬਾਹਰ ਆਉਂਦੇ ਆ ਔਰ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਆ, ਉਹ ਕਹਿੰਦੇ ਜੀ ਮੈਂ ਸਾਰੇ ਸਵਾਲਾਂ ਦੇ ਜਵਾਬ ਬੜੇ ਤਸੱਲੀ ਬਖਸ਼ ਢੰਗ ਨਾਲ ਦਿੱਤੇ ਆ। ਬਾਅਦ ਦੇ ਵਿੱਚ ਉਹੀ ਗੱਲ ਆਪਣਾ ਦੁਬਾਰਾ ਕਰਦੇ ਆ ਕਿ ਇਹ ਤਾਂ ਮੇਰਾ ਪੋਲੀਟੀਕਲ ਵੈਂਡੇਟਾ, ਮੇਰੇ ਤੇ ਤਾਂ ਇਸ ਤਰ੍ਹਾਂ ਦੇ ਕੇਸ ਦਰਜ ਹੋ ਗਏ। ਬਾਕੀ ਉਹਨਾਂ ਦੇ ਵਿਰੋਧੀ ਕਹਿੰਦੇ ਆ ਕਿ ਭਾਈ ਤੁਹਾਡੇ ਤੇ ਅੱਜ ਤੱਕ ਤਹਿਕੀਕਾਤ ਇਸ ਕਰਕੇ ਨਹੀਂ ਹੋਈ ਕਿਉਂਕਿ ਤੁਸੀਂ ਆਪ ਬਹੁਤ ਪਾਵਰਫੁਲ ਰਹੇ ਹੋ, ਤੁਸੀਂ ਆਪ ਮੰਤਰੀ ਰਹੇ ਹੋ, 10 ਸਾਲ ਤਾਂ ਤੁਹਾਡੀ ਸਰਕਾਰ ਸੀ, ਤੇ ਤੁਹਾਡੇ ਖਿਲਾਫ ਜਾਂਚ ਕਰਨੀ ਜਾਂ ਤਹਿਕੀਕਾਤ ਕਰਨ ਦੀ ਕਿਸ ਦੀ ਹਿੰਮਤ ਹੋ ਸਕਦੀ ਸੀ। ਇੱਕ ਇਹ ਆਰਗੂਮੈਂਟ ਵੀ ਆਉਂਦਾ। ਦੂਸਰਾ ਆਰਗੂਮੈਂਟ ਇਹ ਵੀ ਆਉਂਦਾ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਹ ਵੀ ਤੁਹਾਨੂੰ ਪਤਾ ਹੀ ਹੈ, ਉਹਨਾਂ ਦਾ ਢਿਲਮੁੱਠ ਜਿਹੜਾ ਰਵੱਈਆ ਸੀਗਾ, ਜਿਸ ਕਰਕੇ ਇਹ ਜਾਂਚ ਕਦੇ ਅੱਗੇ ਨਹੀਂ ਵੱਧ ਸਕੀ ਜਾਂ ਲਿਫਾਫੇ ਨਹੀਂ ਖੁੱਲੇ, ਉਹ ਵੀ ਪਤਾ, ਉਹ ਹਾਈ ਕੋਰਟ ਦੀਆਂ ਟਿੱਪਣੀਆਂ ਤੋਂ ਪਤਾ ਲੱਗਦਾ। ਲੇਕਿਨ ਇੱਕ ਗੱਲ ਜ਼ਰੂਰ ਆ ਕਿ ਇਹ ਜਾਂਚ ਹੁਣ ਸੰਜੀਦਾ ਢੰਗ ਨਾਲ ਅੱਗੇ ਵਧੇਗੀ, ਇਹ ਖੈਰ ਸਮਾਂ ਦੱਸੂਗਾ। ਲੇਕਿਨ ਇਹ ਜਿਹੜੀ ਕਾਰਵਾਈ ਆ ਬਿਕਰਮ ਸਿੰਘ ਮਜੀਠੀਆ ਦੀ, ਇਹ ਜ਼ਰੂਰ ਸ਼ੁਰੂ ਹੋ ਗਈ ਆ। ਆਉਣ ਵਾਲੇ ਦਿਨਾਂ ਸਾਨੂੰ ਪਤਾ ਲੱਗੂਗਾ ਕਿ ਕੀ SIT ਕੁਝ ਹੋਰ ਅਦਾਲਤ ਦੇ ਅੱਗੇ ਪੇਸ਼ ਕਰਦੀ ਆ, ਜਿਸ ਕਰਕੇ ਉਹ ਇਹ ਦਾਅਵਾ ਕਰੇ ਕਿ ਹੁਣ ਸਾਨੂੰ ਇਹਨਾਂ ਦੀ ਕਸਟੋਡੀਅਲ ਇੰਟਰੋਗੇਸ਼ਨ, ਯਾਨੀ ਕਿ ਇਹਨਾਂ ਦੀ ਗ੍ਰਿਫਤਾਰੀ ਸਾਨੂੰ ਚਾਹੀਦੀ ਆ। ਲੇਕਿਨ ਇਹ ਸਮੇਂ ਦੀ ਗੱਲ ਆ, ਉਸ ਟਾਈਮ ਦੇਖਦੇ ਆ ਕਿ ਅਦਾਲਤ ਇਸ ਤੇ ਕੀ ਫੈਸਲਾ ਲੈਂਦੀ ਹੈ। ਜੀ ਰੰਧਾਵਾ ਜੀ, ਇਹਦੇ ਨਾਲ ਜੁੜਿਆ ਘਟਨਾਕ੍ਰਮ ਦੂਜਾ ਵੀ ਹੁਣ ਅੱਗੇ ਟੱਚ ਕਰ ਲਈਏ ਕਿ ਜਦੋਂ ਬਿਕਰਮ ਸਿੰਘ ਮਜੀਠੀਆ ਨੂੰ ਸਿੱਧੂ ਦੇ ਖਿਲਾਫ ਲੜਾਉਣ ਦੀ ਗੱਲ ਹੁੰਦੀ ਹੈ ਤਾਂ ਇਹਨੂੰ ਬਿਕਰਮ ਦੇ ਐਗਰੈਸ਼ਨ ਨਾਲ ਜੋੜੀਏ, ਪਾਰਟੀ ਦੀ ਜਿਹੜੀ ਸੁਪਰੀਮੋ ਸ਼ਕਤੀ ਹੈ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦਾ ਨਜ਼ਰੀਆ ਸਮਝੀਏ, ਜਾਂ ਇਸ ਚੀਜ਼ ਨੂੰ ਕਿਸੇ ਹੋਰ ਐਂਗਲ ਤੋਂ ਜਾਂ ਪੂਰੇ ਨੈਰੇਟਿਵ ਨੂੰ ਬਦਲਣ ਲਈ ਇੱਕ ਲਾਇਆ ਗਿਆ ਜੁਗਾੜ ਸਮਝੀਏ। ਹਾਲਾਂਕਿ ਮੇਰੇ ਕੋਲੇ ਖਬਰ ਆ ਕਿ ਫਿਲਹਾਲ ਜਿਹੜੇ ਚੋਣ ਪ੍ਰਚਾਰ ਸਮੱਗਰੀ ਛਾਪਣ ਲਈ ਦਿੱਤੀ ਗਈ ਸੀ ਉਹਨੂੰ ਰੋਕ ਲਿਆ ਗਿਆ। ਲੇਕਿਨ ਇਸੇ ਸੰਦਰਭ ਦੇ ਵਿੱਚ ਜੇ ਇੱਕ ਹੋਰ ਗੱਲ ਕਹਿਣੀ ਹੋਵੇ, ਬਿਕਰਮ ਮਜੀਠੀਆ ਦੇ ਮੀਡੀਆ ਸਲਾਹਕਾਰ ਅੱਜ ਕੱਲ ਉਹ ਟਕਸਾਲ ਨਾਲ ਜੁੜੇ ਹੋਏ ਸੀ, ਪ੍ਰੋਫੈਸਰ ਅੰਮ੍ਰਿਤਸਰ ਨਾਲ ਸੰਬੰਧਿਤ, ਉਹ ਛੱਡ ਕੇ BJP 'ਚ ਸ਼ਾਮਲ ਹੋ ਜਾਂਦੇ ਆ ਜਦੋਂ ਇੱਕ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਜਜ਼ਬਾਤੀ ਹੋ ਜਾਂਦੇ ਆ। ਤੇ ਇਸ ਸਾਰੇ ਵਰਤਾਰੇ ਨੂੰ ਹੁਣ ਸਿਆਸਤ ਦੇ ਨਜ਼ਰੀਏ ਨਾਲ ਕੀ ਕੋਣ ਦਿਓਗੇ? ਰੰਧਾਵਾ ਜੀ, ਤੁਸੀਂ ਇੱਕ ਗੱਲ ਦੇਖੋ, ਇਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਪ੍ਰੋਫੈਸਰ ਸਰਚਾਮ ਸਿੰਘ ਇਹ ਮੀਡੀਆ ਸਲਾਹਕਾਰ ਰਹੇ ਨੇ ਤੇ ਬਿਕਰਮ ਸਿੰਘ ਮਜੀਠੀਆ ਨਾਲ ਬਹੁਤ ਲੰਮੇ ਸਮੇਂ ਤੋਂ ਜੁੜਿਆ ਤੇ ਦਮਦਮੀ ਟਕਸਾਲ ਦੇ ਵੀ ਉਹ ਸਪੋਕਸਪਰਸਨ ਆ। ਤੁਸੀਂ ਇੱਕ ਗੱਲ ਦੇਖੋ, ਜਦੋਂ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ 26 ਦਸੰਬਰ ਨੂੰ ਵੀਰ ਬਾਲ ਦਿਵਸ ਦੇ ਨਾਂ ਤੇ ਉਹਨਾਂ ਨੇ ਨਾਂ ਰੱਖਿਆ, ਇਸ ਗੱਲ ਦੀ ਬਹੁਤ ਸਾਰੇ ਜਿਹੜੇ ਜਥੇਬੰਦੀਆਂ ਸੀ, ਬਹੁਤ ਸਾਰੀ ਆਰਗੇਨਾਈਜੇਸ਼ਨ ਵੱਲੋਂ ਆਲੋਚਨਾ ਵੀ ਹੋਈ, ਸਣੇ SGPC ਦੇ। ਲੇਕਿਨ ਦਮਦਮੀ ਟਕਸਾਲ ਨੇ ਉਸ ਵਕਤ ਵੀ ਇਸ ਗੱਲ ਦਾ ਜਾਂ ਇਸ ਕਦਮ ਦਾ ਸਵਾਗਤ ਕੀਤਾ ਸੀ। ਇੱਕ ਗੱਲ ਆਪਾਂ ਨੂੰ ਇਹ ਭੁੱਲਣੀ ਨਹੀਂ ਚਾਹੀਦੀ। ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਪ੍ਰੋਫੈਸਰ ਜਿਹੜੇ ਇਹ ਹੈ ਨੇ ਸਰਚਾਮ ਸਿੰਘ, ਇਹ ਮੀਡੀਆ ਸਲਾਹਕਾਰ ਤਾਂ ਰਹੇ ਆ ਤੇ ਇਹ ਹੁਣ ਚੁੱਪ ਚਪੀਤੇ ਜਿਹੜੇ ਆ ਉਹ ਭਾਜਪਾ 'ਚ ਸ਼ਾਮਿਲ ਹੋ ਗਏ ਆ, ਇਹ ਆਪਾਂ ਨੂੰ ਹੁਣ ਸਾਰਿਆਂ ਨੂੰ ਪਤਾ ਹੀ ਆ। ਲੇਕਿਨ ਇੱਕ ਗੱਲ ਮੈਂ ਤੁਹਾਡੀ ਗੱਲ ਬਿਲਕੁਲ ਮੈਨੂੰ ਪਤਾ, ਉਹ ਇਸ ਕਰਕੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਖੁੱਲ ਕੇ
ਬਿਕਰਮ ਸਿੰਘ ਮਜੀਠੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਹੱਕ ਵਿੱਚ ਖੜੇ ਆ, ਉਹਨਾਂ ਦੇ ਹੱਕ ਵਿੱਚ ਨਿੱਤਰੇ ਆ, ਤੇ ਇੱਥੋਂ ਤੱਕ ਕਹਿਦਾ ਕਿ ਪ੍ਰਧਾਨ ਮੰਤਰੀ ਦੀ ਅਸੈਸੀਨੇਸ਼ਨ ਤੱਕ ਹੋ ਸਕਦੀ ਸੀ। ਉਹਨਾਂ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਆ। ਹਾਲਾਂਕਿ ਇਹ ਇਕੱਲੇ ਬਿਕਰਮ ਸਿੰਘ ਮਜੀਠੀਆ, ਜੇ ਤੁਸੀਂ ਗਜਿੰਦਰ ਸਿੰਘ ਸ਼ੇਖਾਵਤ ਜਿਹੜੇ ਜਨਰਲ ਸਕੱਤਰ ਨੇ ਪੰਜਾਬ ਦੇ ਅਫੇਅਰਸ ਦੇ ਬੀਜੇਪੀ ਦੇ ਮਾਮਲਿਆਂ ਦੀ, ਜਾਂ ਸਮ੍ਰਿਤੀ ਇਰਾਨੀ ਜਿਹੜੇ ਯੂਨੀਅਨ ਮਿਨਿਸਟਰ ਨੇ, ਇਹਨਾਂ ਦੀਆਂ ਪ੍ਰੈਸ ਕਾਨਫਰੰਸਿਸ ਦੇਖੋ, ਇਹ ਲਗਭਗ ਇਸੇ ਇੱਕੋ ਤਰਜ਼ ਤੇ ਗੱਲ ਕਰ ਰਹੀਆਂ। ਹਾਲਾਂਕਿ ਇਸੇ ਦੌਰਾਨ ਸੁਪਰੀਮ ਕੋਰਟ ਨੇ ਇੱਕ ਨਵੀਂ ਕਮੇਟੀ ਦਾ ਵੀ ਗਠਨ ਕਰਤਾ, ਸਾਬਕਾ ਜੱਜ ਨੂੰ ਵੀ ਲਾਤਾ, ਇੰਦੂ ਮਲਹੋਤਰਾ ਨੂੰ, ਜਸਟਿਸ ਨੂੰ। ਲੇਕਿਨ ਇਹ ਜਿਹੜੀਆਂ ਟਿੱਪਣੀਆਂ ਨੇ ਇਹ ਲਗਾਤਾਰ ਜਾਰੀ ਆ। ਮੈਨੂੰ ਨਹੀਂ ਪਤਾ ਕਿ ਸੁਪਰੀਮ ਕੋਰਟ ਇਹਨਾਂ ਟਿੱਪਣੀਆਂ ਦਾ ਕੀ ਨੋਟਿਸ ਲਏਗਾ, ਕਿਉਂਕਿ ਸੁਪਰੀਮ ਕੋਰਟ ਨਹੀਂ ਚਾਹੂਗਾ ਕਿ ਜਿਹੜੀ ਕਮੇਟੀ ਉਹਨਾਂ ਵੱਲੋਂ ਗਠਨ ਕੀਤੀ ਗਈ ਆ ਉਸ ਨੂੰ ਕੋਈ ਵੀ ਜਿਹੜਾ ਪੋਲੀਟੀਕਲ ਪਰਸਨੈਲਿਟੀ ਹੋਵੇ ਜਾਂ ਕਿਸੇ ਵੀ ਪਾਰਟੀ ਦੇ ਹੋਵੇ, ਉਸ ਕਮੇਟੀ ਨੂੰ ਕਿਸੇ ਤਰ੍ਹਾਂ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰੇ। ਲੇਕਿਨ ਹਾਂ, ਜਿੱਥੋਂ ਪੰਜਾਬ ਦਾ ਮਸਲਾ ਆਉਂਦਾ ਉਹ ਜ਼ਰੂਰ ਆ, ਇਹ ਆਪਣੇ ਆਪ ਦੇ ਵਿੱਚ ਬੜੀ ਨਿਵੇਕਲੀ ਜੀ ਗੱਲ ਆ ਕਿ ਉਹੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜੀ ਤੁਸੀਂ ਖੁੱਲ ਕੇ ਲੜਾਈ ਲੜਨੀ ਸੀ, ਕਿਤੇ ਨਾ ਕਿਤੇ ਜਿਹੜੇ ਲੋਕ ਜਿਹੜੇ ਲਗਾਤਾਰ ਆ, ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਇੱਕ ਸਾਬਕਾ ਐਮਐਲਏ ਆ, ਜਾਂ ਤੁਸੀਂ ਜਿਹੜੀ ਆਪਾਂ ਗੈਰ ਰਸਮੀ ਜਦੋਂ ਗੱਲ ਕਰ ਰਹੇ ਸੀ ਐਸਜੀਪੀਸੀ ਦੇ ਇੱਕ ਮੈਂਬਰ ਉਹ ਵੀ ਗਏ ਆ, ਹੋਰ ਵੀ ਬੜੇ ਵੱਡੇ ਚਿਹਰੇ ਜਿਹੜੇ ਲਗਾਤਾਰ ਜਾ ਰਹੇ ਆ, ਜੱਲਾ ਸਾਹਿਬ, ਹਾਂ ਜੀ 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 ਜੱਲਾ ਸਾਹਿਬ, ਇਹ ਸਾਰੇ ਕਿਤੇ ਨਾ ਕਿਤੇ ਇੱਕ ਤਰ੍ਹਾਂ ਦਾ ਮਾਹੌਲ ਜ਼ਰੂਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਆ। ਉਹਦੇ ਵਿੱਚ ਭਾਜਪਾ ਕਾਮਯਾਬ ਹੁੰਦੀ ਹੈ ਜਾਂ ਨਹੀਂ ਹੁੰਦੀ, ਲੇਕਿਨ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸੋਚਣਾ ਪਊਗਾ ਕਿ ਜਿਸ ਪਾਰਟੀ ਦੇ ਨਾਲੋਂ ਉਹਨਾਂ ਨੇ ਗੱਠਜੋੜ ਤੋੜਿਆ, ਜਾਂ ਜਿਨ੍ਹਾਂ ਨਾਲ ਉਹਨਾਂ ਨੂੰ ਲੱਗਦਾ ਸੀ ਕੋਈ ਆਧਾਰ ਹੀ ਨਹੀਂ ਰਹਿ ਗਿਆ, ਜਾਂ ਖਾਸ ਤੌਰ ਤੇ ਕਿਸਾਨੀ ਸੰਘਰਸ਼ ਤੋਂ ਬਾਅਦ ਉਹਨਾਂ ਦਾ ਜਿਹੜੇ ਉਹਨਾਂ ਦੀ ਮਕਬੂਲੀਅਤ ਦੇ ਵਿੱਚ, ਉਹਨਾਂ ਦੇ ਸਮਰਥਨ ਦੇ ਵਿੱਚ ਬਹੁਤ ਨਿਘਾਰ ਆਇਆ ਸੀ, ਉੱਥੇ ਲੋਕ ਭੱਜ ਭੱਜ ਕੇ ਕਿਉਂ ਜਾ ਰਹੇ ਆ। ਖੈਰ ਮੈਂ ਤੁਹਾਨੂੰ ਉਦਾਹਰਨਾਂ ਵੀ ਦਊਂਗਾ ਖੁਸ਼ ਯੂਪੀ ਤੋਂ ਕਿ ਕਿਉਂ ਜਾ ਰਹੇ ਆ, ਇਹ ਵੀ ਕਈ ਤਰੀਕੇ ਆ ਕਿਤੇ ਭਾਰਤੀ ਜਨਤਾ ਪਾਰਟੀ ਦੇ। ਜੀ ਰੰਧਾਵਾ ਜੀ। ਨਹੀਂ, ਦੇਖੋ ਅਕਾਲੀ ਦਲ ਦਾ ਸੰਕਟ ਤੇ ਹੈਗਾ ਹੀ ਹੈ। ਕੱਲ ਕੋਰ ਕਮੇਟੀ ਦੇ ਵਿੱਚ ਇਹ ਵੀ ਗੱਲ ਹੋਈ ਕਿ ਸਾਨੂੰ ਬੀਜੇਪੀ ਨਾਲੋਂ ਵਿੱਥ ਬਣਾ ਕੇ ਚੱਲਦੇ ਦਿਸਣਾ ਚਾਹੀਦਾ ਹੈ, ਲੇਕਿਨ ਕਿਵੇਂ ਵਿੱਥ ਬਣ ਸਕਦੀ ਹੈ ਜਦੋਂ ਪਰਦੇ ਦੇ ਉੱਤੇ ਜੋ ਵਾਪਰ ਰਿਹਾ ਉਹ ਕੁਝ ਹੋਰ ਦਿਖਾ ਰਿਹਾ। ਹੁਣ ਇਹਦੇ 'ਚ ਇੱਕ ਹੋਰ ਸਵਾਲ ਬਹੁਤ ਵੱਡਾ ਹੈ ਕਿ ਠੀਕ ਹੈ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਸ ਗੱਲ ਨੂੰ ਆਲੋਚਨਾ 'ਚ ਲਿਆਂਦਾ ਸੀਗਾ ਕਿ ਤੁਸੀਂ ਜਿਹੜਾ ਪੁਰਸਕਾਰ ਦੇ ਰਹੇ ਹੋ ਇਹ ਸਿੱਖ ਜਿਹੜੀਆਂ ਭਾਵਨਾਵਾਂ ਨੇ ਜਾਂ ਜਿਹੜੇ ਸਾਡੇ ਸਿਧਾਂਤ ਉਹਦੇ ਅਨੁਕੂਲ ਨਹੀਂ ਗਾ, ਭਾਵੇਂ ਉਹਨੂੰ ਕੋਈ ਵੀ ਇਤਰਾਜ਼ ਉਠਾਇਆ ਹੋਵੇ। ਹੁਣ ਇਸੇ ਗੱਲ ਨੂੰ ਲੈ ਕੇ ਜੇ ਕੋਈ ਵਿਦਵਾਨ ਲੋਕ ਆ ਉਹ ਸਮਝਦੇ ਨੇ, ਇੰਟੈਲੈਕਚੁਅਲ ਸਮਝਦੇ ਆ ਕਿ ਹਾਂ ਕੀਤਾ ਹੈ ਤਾਂ ਉਹਨੂੰ ਵੈਲਕਮ ਕਰੋ, ਇਹਦੇ 'ਚ ਜਿਹੜੀ ਸੋਧ ਕਰਨ ਲਈ ਉਹਦੇ ਲਈ ਸੁਝਾਅ ਭੇਜ ਦਿਓ, ਨਾ ਬਦਲਣਾ ਜੋ ਵੀ ਕਰਨਾ ਹੈ ਉਹ ਚਲੋ ਕੋਈ ਸਰਕਾਰ ਕਰ ਰਹੀ ਹੈ, ਤੁਸੀਂ ਹਰ ਗੱਲ ਦੇ ਵਿੱਚ ਨਾ ਕਿਉਂ ਪਾਉਂਦੇ ਹੋ। ਕਿਸੇ ਪੱਧਰ ਤੇ ਇਹ ਵੀ ਆਲੋਚਨਾ ਹੁੰਦੀ। ਹੁਣ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਹਿ ਰਹੇ ਆ ਤੇ ਉਹ ਪ੍ਰਧਾਨ ਅਕਾਲੀ ਦਲ ਤੋਂ ਬਿਨਾਂ ਤਾਂ ਨਹੀਂ ਕਹਿ ਰਹੇ। ਹੁਣ ਚੁਣਿਆ ਜਾਂਦਾ ਹੁੰਦਾ ਕਿ ਕਿਸ ਵਿਅਕਤੀ ਨੇ ਕਿੱਥੇ ਰਿਐਕਟ ਕਰਨਾ। ਹਰ ਪਾਰਟੀ ਦਾ ਆਪਣਾ ਸਿਸਟਮ ਹੈ, ਆਪਣੇ ਆਪ ਕੁਝ ਨਹੀਂ ਹੁੰਦਾ, ਹਰ ਚੀਜ਼ ਤੈਅਸ਼ੁਦਾ ਹੁੰਦੀ ਹੈ। ਪਰ ਜਦੋਂ ਪਰਿਵਾਰ ਦਾ ਇੱਕ ਦੂਜਾ ਮੈਂਬਰ ਬਹੁਤ ਅਹਿਮ ਜਦੋਂ ਬੀਜੇਪੀ ਦੇ ਨਾਲ ਕਿਸੇ ਮਾਮਲੇ 'ਚ ਖਲੋਤਾ ਨਜ਼ਰ ਆਊਗਾ ਤਾਂ ਉਦੋਂ ਉਹਦੇ ਕਈ ਅਰਥ ਕੱਢੇ ਜਾਂਦੇ ਆ ਕਿ ਰਿਸ਼ਤੇ ਕਿਹੋ ਜਿਹੇ ਆ, ਕਿਹੜੀ ਫੇਵਰ ਲਈ ਜਾ ਰਹੀ ਆ, ਕੀ ਮਤਲਬ ਨੇ, ਨਿੱਜੀ ਨੇ, ਸਿਆਸੀ ਨੇ, ਉਹ ਇਲੈਕਸ਼ਨ ਤੋਂ ਬਾਅਦ ਦੀਆਂ ਗੱਲਾਂ ਤੇ ਪਰੇ ਦੀਆਂ ਨੇ। ਪਰ ਪੰਥਕ ਚਿਹਰਿਆਂ ਦਾ ਬੀਜੇਪੀ ਨਾਲ ਖਲੋਣਾ ਅਕਾਲੀ ਦਲ ਨੂੰ ਅਖੜ ਜ਼ਰੂਰ ਰਿਹਾ। ਹੁਣ ਜੇ ਮੈਂ ਇਸ ਰਾਜਨੀਤੀ ਨੂੰ ਥੋੜਾ ਜਿਹਾ ਅੱਗੇ ਵਧਾਉਣਾ ਹੋਵੇ, ਇੱਕ ਖਬਰ ਜਿਹੜੀ ਮੈਂ ਜ਼ਰੂਰ ਲੈਣਾ ਚਾਹੁੰਦਾ ਕਿਉਂਕਿ ਇਕੱਠੀਆਂ ਹੋਈਆਂ ਖਬਰਾਂ, ਕਿ ਪੰਜਾਬ ਦੇ ਵਿੱਚ ਆਖਰੀ ਦਿਨਾਂ 'ਚ ਚੋਣ ਜ਼ਾਬਤਾ ਲੱਗਣ ਤੋਂ ਕੁਝ ਘੰਟੇ ਪਹਿਲਾਂ ਕੁਝ ਬਦਲੀਆਂ ਤੇ ਕੁਝ ਪ੍ਰਮੋਸ਼ਨਸ ਦੇ ਉੱਤੇ ਡੀਜੀਪੀ ਦੇ ਜਾਲੀ ਸਾਈਨਾਂ ਦਾ ਜ਼ਿਕਰ ਹੋ ਰਿਹਾ। ਕਹਿੰਦੇ ਹੁਣ FIR ਵੀ ਹੋਊਗੀ, ਕਿਉਂਕਿ ਅਕਾਲੀ ਦਲ ਨੇ ਵੀ ਇਹ ਮੁੱਦਾ ਉਠਾਇਆ ਸੀ, ਉਹਨਾਂ ਦੇ ਯੂਥ ਪ੍ਰਧਾਨ ਨੇ ਕਿਹਾ ਸੀ। ਇਹ ਵੀ ਐਡਰੈਸ ਕਰ ਚਲੋ, ਫਿਰ ਅੱਗੇ ਵਧਦੇ। ਬਿਲਕੁਲ, ਇਹ ਪਿਛਲੇ ਦਿਨਾਂ ਤੋਂ ਕਾਫੀ ਇਸ ਦੀਆਂ ਚਰਚਾਵਾਂ ਨੇ, ਤੇ ਹੁਣ ਪਤਾ ਲੱਗਾ ਕੋਈ 11 ਅਫਸਰ ਨੇ ਪੰਜਾਬ ਪੁਲਿਸ ਦੇ ਵਿੱਚ, ਸਬ ਇੰਸਪੈਕਟਰਸ ਨੇ, ਇੰਸਪੈਕਟਰਸ ਨੇ, ਜਾਂ ਹੇਠਲੇ ਜਿਹੜੇ ਰੈਂਕਸ ਉਹ ਨੇ, ਜਿਨ੍ਹਾਂ ਦੀਆਂ ਅਖੀਰ ਤੇ ਜਾ ਕੇ ਪ੍ਰਮੋਸ਼ਨਸ ਕਹਿ ਲਓ, ਬਦਲੀਆਂ ਕਹਿ ਲਓ, ਕਈ ਤਰ੍ਹਾਂ ਦੇ ਉਹਨਾਂ ਦੇ ਦਸਤਖਤ ਹੋਏ ਆ। ਔਰ ਖਾਸ ਤੌਰ ਤੇ ਜਿਹੜੇ ਡੀਜੀਪੀ ਸਿਧਾਰਥ ਚਟੋਪਾਧਿਆਏ, ਜਿਨ੍ਹਾਂ ਨੂੰ 8 ਤਰੀਕ ਨੂੰ ਹੀ ਜਿਹੜਾ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ, ਉਹਨਾਂ ਦੀ ਜਗ੍ਹਾ ਤੇ ਆਪਾਂ ਨੂੰ ਸਾਰੇ VK ਭਾਵਰਾ ਨੂੰ ਲਗਾ ਦਿੱਤਾ ਗਿਆ ਸੀ। ਉਸੇ ਦਿਨ ਇਲੈਕਸ਼ਨ ਕਮਿਸ਼ਨ ਚੋਣਾਂ ਦਾ ਵੀ ਐਲਾਨ ਕਰਦਾ। ਇਹਨਾਂ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਤੇ ਫਿਰ ਸਡਨਲੀ ਖਬਰਾਂ ਚੱਲਣ ਲੱਗ ਪਈਆਂ। ਤੁਹਾਨੂੰ ਪਤਾ ਹੈ ਪਹਿਲਾਂ DSPs ਦੀ ਵੀ ਗੱਲ ਹੋਈ ਸੀ ਕਿ ਉਹਨਾਂ ਦੀਆਂ ਜਿਹੜੀਆਂ ਬਦਲੀਆਂ ਜਾਂ ਪ੍ਰਮੋਸ਼ਨਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਸੀ। ਤੇ ਫਿਰ ਇਹ ਗੱਲ ਸਾਹਮਣੇ ਆਈ ਕਿ ਸ਼ਾਇਦ DGP ਸਿਧਾਰਥ ਚਟੋਪਾਧਿਆਏ ਨੇ ਕਿਤੇ ਕਿਹਾ ਕਿ ਮੇਰੇ ਤਾਂ ਇਸ ਤੇ ਦਸਤਖਤ ਹੀ ਨਹੀਂ। ਸੋ ਇਹ ਮੈਨੂੰ ਲੱਗਦਾ ਬੜਾ ਸੰਗੀਨ ਮਾਮਲਾ, ਬਲਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਅੱਗੇ ਆ ਕੇ ਬੜੇ ਸਾਫ਼ ਤਰੀਕੇ ਦੇ ਨਾਲ ਇਸ ਉੱਤੇ ਇੱਕ ਕਲੈਰਿਟੀ ਦੇਣੀ ਚਾਹੀਦੀ ਆ, ਸਪਸ਼ਟ ਢੰਗ ਨਾਲ ਸਾਰਾ ਦੱਸਣਾ ਚਾਹੀਦਾ ਕਿ ਇਹ ਕਿੱਥੋਂ ਆਈ ਜਾਂ ਗੱਲ ਕਿੱਥੋਂ ਚੁਰੀ।
ਜੇ ਇਹ ਗੱਲ ਤੁਰੀ ਆ ਤੇ ਇਹਦੇ ਪਿੱਛੇ ਕੀ ਕੋਈ ਤੱਥ ਹੈਗੇ ਨੇ ਕਿ ਜਾਂ ਸਿਰਫ ਇਹ ਅਖਬਾਰਾਂ ਦੀਆਂ ਸੁਰਖੀਆਂ ਜਾਂ ਲੋਕਾਂ ਦੀਆਂ ਚਰਚਾਵਾਂ ਨੇ। ਸੋ ਮੈਨੂੰ ਲੱਗਦਾ ਸੰਗੀਨ ਮਾਮਲੇ ਐਵੇਂ ਕਿਸੇ ਦੀਆਂ ਬਦਲੀਆਂ ਹੋ ਜਾਣ, ਖਾਸ ਤੌਰ ਤੇ ਪੁਲਿਸ ਮਹਿਕਮੇ ਦੇ ਵਿੱਚ ਇਸ ਨੂੰ ਬੜੇ ਸੀਰੀਅਸਲੀ ਲੈਣਾ ਚਾਹੀਦਾ ਕਿ ਕੱਲ ਨੂੰ ਇਸ ਤਰ੍ਹਾਂ ਦੇ ਮਾਮਲੇ ਹੋਰ ਵੀ ਮਹਿਕਮਿਆਂ 'ਚ ਉੱਠ ਸਕਦੇ ਆ। ਜੀ ਰੰਧਾਵਾ ਜੀ। ਦੇਖੋ, ਚੰਡੀਗੜ੍ਹ ਦੀ ਪੁਲਿਸ ਬਾਰੇ ਇਹ ਗੱਲ ਕਿਹਾ ਜਾਂਦਾ ਕਿ ਉਸ ਪੰਜਾਬ ਪੁਲਿਸ ਨਾਲੋਂ ਥੋੜੀ ਜੀ ਘੱਟ ਪ੍ਰੈਸ਼ਰ ਥੱਲੇ ਕੰਮ ਕਰਦੀ ਹੈ। ਉਹਦਾ ਸਿਆਸੀਕਰਨ ਉਹਨਾਂ ਨਹੀਂ, ਕਿਉਂਕਿ ਸ਼ਾਇਦ ਉੱਥੇ ਸਿਆਸੀ ਲੀਡਰ ਵੀ ਇਸ ਰੁਤਬੇ ਦੇ ਨਹੀਂ ਜਿਹੜੇ ਸਾਡੇ ਵਾਲੇ ਨੇ, ਬਾਹ ਮਰੋੜ ਨਹੀਂ ਜਾਣਦੇ, ਜਾਂ ਸਿੱਖ ਗਏ ਜਾਂ ਸਿਖਾਤੇ ਗਏ ਜਾਂ ਕਲਚਰ ਬਣ ਗਿਆ ਉੱਥੇ। ਜਿਹੜੀ ਹੁਣ FIR ਕਰਾਈ ਗਈ ਚੰਡੀਗੜ੍ਹ ਦੇ ਕਿਸੇ ਥਾਣੇ ਦੇ ਵਿੱਚ, ਕੁਦਰਤੀ ਤੌਰ ਤੇ ਉਹ ਤੱਥ ਜ਼ਰੂਰ ਬਾਹਰ ਆਉਣਗੇ ਤੇ ਇਹ ਵੀ ਸ਼ਾਇਦ ਇਸ ਤਰ੍ਹਾਂ ਦਾ ਹੋਰ ਵੀ ਕੋਈ ਜੇ ਪੁਰਾਣਾ ਰੈਕਟ ਹੋਇਆ ਉਹ ਵੀ ਸ਼ਾਇਦ ਸਾਹਮਣੇ ਆ ਜਾਏ। ਇਹ ਬੜੀ ਸੰਗੀਨ ਗੱਲ ਆ। ਚਲੋ ਆਪਾਂ ਅੱਗੇ ਵੱਧਦੇ ਹਾਂ ਕਿ ਐਸੇ ਵੇਲੇ ਇਲੈਕਸ਼ਨ ਦੇ ਦੌਰ 'ਚ ਜਦੋਂ ਅਸੀਂ ਅਕਾਲੀ ਦਲ ਦਾ ਜ਼ਿਕਰ ਕਰਦੇ ਸੀ ਵੀ ਉਹਨਾਂ ਦੇ ਅੰਦਰ ਫਿਕਰ ਹੈ ਵੀ BJP ਦੇ ਨਾਲ ਕਿੱਦਾਂ ਲੋਕ ਜਾਈ ਜਾਂਦੇ ਨੇ ਵਿਰੋਧ ਦੇ ਬਾਵਜੂਦ, ਜਾਂ ਅਸੀਂ ਕਿਹਨੂੰ ਨਿਸ਼ਾਨੇ ਤੇ ਲੈਣਾ, ਉਹਨਾਂ ਕੇਜਰੀਵਾਲ ਨੂੰ ਬਾਹਰਲਾ ਦੱਸ ਕੇ ਪੂਰਾ ਰੌਲਾ ਪਾਇਆ। ਉਸੇ ਵੇਲੇ ਕਾਂਗਰਸ ਦੇ ਅੰਦਰ ਵੀ ਘਮਸਾਨ ਮਚਿਆ ਕਿ ਜੇ ਆਪਾਂ ਚਿਹਰੇ ਨਾਲ ਨਾ ਗਏ, ਲੋਕਾਂ ਮਿਹਣੇ ਮਾਰਨੇ ਆ ਕਿ ਤੁਸੀਂ ਡਰਦੇ ਹੋ, ਤੁਹਾਡੇ ਕੋਲ ਦੇਣ ਲਈ, ਲੜਾਈ ਤੋਂ ਬਚਣ ਲਈ, ਜਾਂ ਤੁਸੀਂ ਚੰਨੀ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੇ, ਤੁਸੀਂ ਸਿੱਧੂ ਨੂੰ, ਵੱਖ-ਵੱਖ ਵਰਗਾਂ 'ਚ ਵੰਡੇ ਲੋਕ ਆ, ਜਾਖੜ ਨੂੰ ਪਿਛਾਂ ਕਰੋਗੇ, ਹਿੰਦੂ ਵੋਟਾਂ, ਅੰਦਰ ਬੜੇ ਰੌਲੇ ਨੇ। ਮਨੀਸ਼ ਤਿਵਾੜੀ ਨੇ ਵੀ ਇਸੇ ਕਰਕੇ ਕਿਹਾ ਵੀ ਸਾਨੂੰ ਸੰਜੀਦਾ ਮੁੱਖ ਮੰਤਰੀ ਦੇਣਾ ਚਾਹੀਦਾ, ਉਹਨੇ ਤੇ ਦੋਵੇਂ ਹੀ ਘੇਰੇ 'ਚ ਲੈ ਲਏ। ਖੈਰ, ਮੈਨੂੰ ਇਹ ਜ਼ਰੂਰ ਦੱਸੋ, ਕਿਉਂਕਿ ਇਹ ਲੜਾਈ ਬੜੀ ਵੱਡੀ ਹੋ ਗਈ ਹੈ ਐਰਕਾਂ, ਸਾਡੇ NRI ਵੀ ਦਿਲਚਸਪੀ ਨਹੀਂ ਦਿਖਾ ਰਹੇ। ਆ ਬਹੁਤੀ ਇਲੈਕਸ਼ਨ ਤਾਂ NRI ਦੇ ਸਿਰ ਤੇ ਲੜ ਲੈਂਦੇ ਹੁੰਦੇ ਸੀ, ਜਿਹੜੇ ਉੱਥੋਂ ਕੋਈ $50,000 ਇਕੱਠੇ ਕਰਕੇ ਲਾਇਆ, ਕੋਈ $1,00,000 ਇਕੱਠੇ ਕਰਕੇ। ਐਰਕਾਂ ਤੇ ਉਹ ਵੀ ਮੀਂਹ ਨਹੀਂ ਵਰਦਾ, ਉੱਤੋਂ ਕਰੋਨਾ ਆ ਗਿਆ, ਫਲਾਈਟਸ ਵੀ ਬੰਦ ਨੇ, ਇੱਥੇ ਆ ਕੇ ਇਕਾਂਤਵਾਸ ਹੋਣਾ ਪੈਂਦਾ, ਬਾਹਰ ਜਾਂਦਿਆਂ ਵੀ ਮੁਸ਼ਕਲਾਂ ਆਉਂਦੀਆਂ। ਇਲੈਕਸ਼ਨ ਟੇਢੀ ਹੋ ਗਈ, ਡਾਢੀ ਹੋ ਗਈ, ਖਰਚੇ ਵੱਧ ਗਏ, ਹੁਣ ਲੜਾਈਆਂ ਵੀ ਹੋਰ ਤਰ੍ਹਾਂ ਦੀਆਂ ਹੋ ਗਈਆਂ। ਮੈਨੂੰ ਇਹ ਜ਼ਰੂਰ ਦੱਸਿਓ ਕਿ ਕਾਂਗਰਸ ਦਾ ਇਹ ਸੰਕਟ ਕਿੱਦਾਂ ਹੱਲ ਹੋਊ? ਅੰਦਰ ਪ੍ਰੈਸ਼ਰ ਬੜਾ, ਕਹਿੰਦੇ ਚਿਹਰਾ ਦਿਓ, ਚਿਹਰਾ ਕਿਹੜਾ ਦੇਣ? ਹੁਣ ਇੱਕ ਜਾਵੇ, ਇੱਕ ਨੂੰ ਦੇਣ ਦੂਜਾ ਰੁੱਸ ਜਾਂਦਾ, ਦੂਜੇ ਨੂੰ ਦੇਣ ਤੀਜਾ ਰੁੱਸ ਜਾਂਦਾ। ਜੇ ਵਾਹਵਾ ਰੁੱਸ ਗਏ ਤੇ ਫਿਰ ਸੀਟਾਂ ਦੀ ਗਿਣਤੀ 20 ਤੋਂ ਥੱਲੇ ਵੀ ਆ ਸਕਦੀ। ਕੀ ਕਹਿੰਦੇ ਹੋ? ਤੁਸੀਂ ਯਾਦ ਕਰੋ ਰੰਧਾਵਾ ਜੀ, ਜਦੋਂ ਸਨ 2017 ਦੀਆਂ ਚੋਣਾਂ ਹੋਈਆਂ ਸੀ, ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਰੁੱਸੇ ਹੋਏ ਸੀ। ਉਹ ਕਹਿੰਦੇ ਸੀ ਕਿ ਮੈਨੂੰ ਚਿਹਰਾ ਐਲਾਨਿਆ ਜਾਵੇ, ਤੇ ਲਗਭਗ ਇੱਕ ਹਫ਼ਤਾ ਪਹਿਲਾਂ ਹੀ ਉਹਨਾਂ ਨੂੰ ਚਿਹਰਾ ਐਲਾਨਿਆ ਗਿਆ ਸੀ। ਉਹਨਾਂ ਵੱਲੋਂ ਲਗਾਤਾਰ, ਮੈਨੂੰ ਇਹ ਵੀ ਯਾਦ ਆ, ਕਈ ਇੰਟਰਵਿਊਜ਼ ਦੇ ਵਿੱਚ ਰਾਹੁਲ ਗਾਂਧੀ ਦੀ ਆਲੋਚਨਾ ਵੀ ਕੀਤੀ ਗਈ ਸੀ। ਇਸ ਦੌਰਾਨ ਆਪਸ ਦੇ ਵਿੱਚ ਕਈ ਤਰ੍ਹਾਂ ਦੇ ਮਤਭੇਦ ਵੀ ਨਜ਼ਰ ਆਉਂਦੇ ਸੀ, ਲੇਕਿਨ ਫਿਰ ਵੀ ਹਾਈ ਕਮਾਂਡ ਨੇ ਉਹਨਾਂ ਤੇ ਭਰੋਸਾ ਜਤਾਇਆ। ਜਦੋਂ ਇਹ ਡਿਪਟੀ ਲੀਡਰ ਸੀ ਲੋਕ ਸਭਾ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ, ਉਸ ਵੇਲੇ ਵੀ ਤੁਸੀਂ ਯਾਦ ਕਰੋ, ਉਹ ਅਕਸਰ BJP ਦੇ ਵੱਲੋਂ ਉਠਾਏ ਗਏ ਮੁੱਦਿਆਂ ਦੇ ਨਾਲ ਖੜੇ ਹੁੰਦੇ ਸੀ। GST ਦਾ ਮਾਮਲਾ ਉਹਨਾਂ ਤੋਂ ਇੱਕ ਆ। ਹੁਣ ਜਦੋਂ ਚਿਹਰੇ ਦੀ ਗੱਲ ਆਉਂਦੀ ਹੈ, ਇਸ ਕਰਕੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਕਿਤੇ ਨਾ ਕਿਤੇ ਹਾਈ ਕਮਾਂਡ ਨੂੰ ਕਟਹਿਰੇ 'ਚ ਖੜਾ ਕਰੋ, ਔਰ ਲਗਾਤਾਰ ਖਾਸ ਤੌਰ ਤੇ ਚਾਹੇ ਨਿਸ਼ਾਨੇ ਤੇ ਸਿੱਧੇ ਤੌਰ ਤੇ ਤੁਹਾਨੂੰ ਨਵਜੋਤ ਸਿੰਘ ਸਿੱਧੂ ਜਾਂ ਚਰਨਜੀਤ ਸਿੰਘ ਚੰਨੀ ਵਿਖਾਈ ਦਿੰਦੇ ਹੋਣ, ਲੇਕਿਨ ਇਸ ਪਿੱਛੇ ਮੈਨੂੰ ਲੱਗਦਾ ਰਾਜਨੀਤੀ ਵੱਡੀ ਹੈ। ਮੈਂ ਮਨੀਸ਼ ਤਿਵਾੜੀ ਦੀ ਹੁਣ ਗੱਲ ਕਰੂੰਗਾ, ਅਨੰਦਪੁਰ ਸਾਹਿਬ ਤੋਂ ਉਹ MP ਨੇ। ਲਗਾਤਾਰ ਉਹਨਾਂ ਦੀਆਂ ਟਿੱਪਣੀਆਂ ਜਿਹੜੀਆਂ ਉਹ ਨਜ਼ਰ ਆ ਰਹੀਆਂ। ਦੇਖੋ, ਇਹੋ ਜਿਹੇ ਮਾਮਲੇ, ਇੱਥੋਂ ਪਤਾ ਲੱਗਦਾ ਕਿ ਮਨੀਸ਼ ਤਿਵਾੜੀ ਦੀ ਕੋਈ ਗਹਿਰੀ ਨਾਰਾਜ਼ਗੀ ਆ ਪਾਰਟੀ ਦੇ ਨਾਲ, ਇਹ ਲਗਾਤਾਰ ਸਾਨੂੰ ਨਜ਼ਰ ਆ ਰਹੀ ਹੈ। ਕਈ ਇਸ ਤਰ੍ਹਾਂ ਦੀ ਚੀਜ਼ਾਂ, ਜੇ ਮੁੱਖ ਮੰਤਰੀ ਦੇ ਚਿਹਰੇ ਦੀ ਵੀ ਗੱਲ ਕਰੋ, ਆਪਣੀ ਹੀ ਪਾਰਟੀ ਨੂੰ ਤੁਸੀਂ ਸਵਾਲ ਖੜੇ ਕਰ ਰਹੇ ਹੋ, ਆਪਣੇ ਹੀ ਮੁੱਖ ਮੰਤਰੀ ਤੇ, ਹਜੇ ਵੀ ਉਹ ਕੇਅਰ ਟੇਕਰ ਮੁੱਖ ਮੰਤਰੀ ਨੇ। ਦੂਸਰੇ ਪਾਸੇ ਆਪਣੇ ਹੀ ਪ੍ਰਧਾਨ ਤੇ ਤੁਸੀਂ ਸਵਾਲ ਖੜੇ ਕਰ ਰਹੇ ਹੋ, ਤਾਂ ਕਿਤੇ ਨਾ ਕਿਤੇ ਜਿਹੜੀ ਤੁਹਾਡੀ ਮੈਚੁਰਿਟੀ ਸੀ, ਕਿਉਂਕਿ ਮਨੀਸ਼ ਤਿਵਾੜੀ ਕਾਂਗਰਸ ਦਾ ਇੱਕ ਬੜਾ ਵੱਡਾ ਚਿਹਰਾ ਤੇ ਯੂਨੀਅਨ ਮਿਨਿਸਟਰ ਵੀ ਰਹੇ ਆ, ਉਹਨਾਂ ਤੋਂ ਅਕਸਰ ਇਹ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਸੰਜੀਦਾ ਪੋਲਿਟਿਕਸ ਕਰਦੇ ਆ, ਲੇਕਿਨ ਉਹ ਹੁਣ ਸੰਜੀਦਗੀ ਇਹਨਾਂ ਤੋਂ ਭਾਲਦੇ ਆ। ਉਹ ਚਾਹੁੰਦੇ ਆ ਕਿ ਸਾਨੂੰ ਸੰਜੀਦਾ ਲੀਡਰ ਚਾਹੀਦਾ। ਇਹ ਗੱਲ ਠੀਕ ਆ, ਇੱਕ ਗੱਲ ਤੇ ਉਹਦੇ ਨਾਲ ਅਸੀਂ ਸਹਿਮਤ ਆ ਕਿ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਇਹ ਲੜਾਈ ਜ਼ਰੂਰ ਆ। ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ, ਉਹ ਵੀ ਚਾਹੁੰਦੇ ਨੇ ਕਿ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਉਹ ਥਾਪਿਆ ਜਾਵੇ। ਨਾਲ ਦੀ ਨਾਲ ਚਰਨਜੀਤ ਸਿੰਘ ਚੰਨੀ ਦੀਆਂ ਵੀ ਇਛਾਵਾਂ ਹੋਣਗੀਆਂ, ਹਾਲਾਂਕਿ ਉਹ ਇੰਨੇ ਸ਼ਬਦਾਂ ਦੇ ਵਿੱਚ ਕਦੇ ਕਹਿੰਦੇ ਨਹੀਂ ਆ, ਕਿਉਂਕਿ ਉਹ ਟ੍ਰੈਡੀਸ਼ਨਲ ਪੋਲੀਟੀਸ਼ੀਅਨ ਆ, ਰਵਾਇਤੀ ਪੋਲੀਟੀਸ਼ੀਅਨ ਆ। ਉਹਨਾਂ ਨੇ ਇਹ ਚੀਜ਼ ਨਹੀਂ ਸਿੱਖੀ ਕਿ ਅੱਗੇ ਜਾ ਕੇ ਸਟੇਟਮੈਂਟ ਦੇ ਕੇ ਮੈਂ ਕਹਾਂ ਕਿ ਮੈਂ ਮੁੱਖ ਮੰਤਰੀ ਦਾ ਚਿਹਰਾ। ਲੇਕਿਨ ਇਹ ਗੱਲ ਜ਼ਰੂਰ ਆ, ਨਾਲ ਦੀ ਨਾਲ ਇਛਾਵਾਂ ਕਿਤੇ ਸੁਨੀਲ ਜਾਖੜ ਦੀਆਂ ਵੀ ਹੋਣਗੀਆਂ, ਮਨੀਸ਼ ਤਿਵਾੜੀ ਦੀਆਂ ਵੀ ਹੋਣਗੀਆਂ, ਪ੍ਰਤਾਪ ਸਿੰਘ ਬਾਜਵਾ ਦੇ ਵੀ ਹੋਣਗੀਆਂ। ਇਹ ਸਾਰੇ ਵੀ ਪੁਰਾਣੇ ਲੀਡਰਸ ਆ, ਲੇਕਿਨ ਉਹ ਕਹਿੰਦੇ ਨਹੀਂ। ਸੋ ਇਸ ਕਰਕੇ ਜਦੋਂ ਅੱਗੇ ਆ ਕੇ ਤੁਸੀਂ ਇਸ ਤਰ੍ਹਾਂ ਦੇ ਗੱਲਾਂ ਕਰਦੇ ਹੋ, ਕਿਤੇ ਨਾ ਕਿਤੇ ਤੁਸੀਂ ਪਾਰਟੀ ਦੇ ਵਿੱਚ ਅਨੁਸ਼ਾਸਨਹੀਨਤਾ ਜਿਹਨੂੰ ਕਹਿੰਦੇ ਆ, ਇਨਡਿਸਿਪਲਿਨ, ਉਹ ਵੀ ਜਿਹੜਾ ਉਸ ਨੂੰ ਹੋਰ ਹੱਲਾਸ਼ੇਰੀ ਦਿੰਦੇ ਹੋ, ਉਸ ਨੂੰ ਹੋਰ ਤੇਜ਼ ਕਰਦੇ ਹੋ। ਪਹਿਲੇ ਵੈਸੇ ਟਿਕਟਾਂ ਦੀਆਂ ਵੰਡਾਂ ਹੋਣ ਵਾਲੀਆਂ, ਪਹਿਲਾਂ ਤੁਹਾਨੂੰ ਪਤਾ ਪਾਰਟੀ ਦੇ ਵਿੱਚ ਕਿੰਨਾ ਕੁ ਘਮਸਾਨ ਪੈ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਵਿੱਚ ਹੋਰ ਵੀ ਤੇਜ਼ੀ ਵੇਖੀ ਜਾ ਸਕਦੀ ਹੈ। ਜੀ ਰੰਧਾਵਾ ਜੀ।
ਇਹ ਇਸੇ ਸੰਦਰਭ ਨੂੰ ਥੋੜਾ ਜਿਹਾ ਟੱਚ ਕਰ ਚੱਲੀਏ। ਆਮ ਆਦਮੀ ਪਾਰਟੀ ਦੇ ਨਜ਼ਰੀਓਂ ਉਹਨਾਂ ਦੇ ਮੀਟਿੰਗਸ ਵੀ ਜਦੋਂ ਹੁੰਦੀਆਂ, ਕਿਉਂਕਿ ਸਾਡੇ ਕੋਲ ਖਬਰ ਇਧਰੋਂ ਉਧਰੋਂ ਆ ਜਾਂਦੀ ਹੈ, ਕੋਈ ਨਾ ਕੋਈ ਸੱਜਣ, ਉਹਨਾਂ ਦਾ ਧੰਨਵਾਦ ਸਾਰਿਆਂ ਦਾ ਜਿਹੜੇ ਸਾਨੂੰ ਇਸ ਕਾਬਲ ਸਮਝਦੇ ਆ ਕਿ ਆਪਣੀ ਗੱਲ ਅੱਗੇ ਵਧਾ ਦਿੰਦੇ ਆ। ਜਦੋਂ ਕਿਧਰੇ ਮੀਟਿੰਗ ਹੁੰਦੀ ਆ ਦੇਰ ਸ਼ਾਮ ਨੂੰ, ਜਦੋਂ ਫਿਰ ਵਿਹਲੇ ਹੋ ਕੇ ਅਹਿਮ ਲੀਡਰ ਬਹਿੰਦੇ ਆ, ਤਾਂ ਉਦੋਂ ਕੈਲਕੂਲੇਟ ਕਰਦੇ ਆ ਕਿ ਹਾਲਾਤ ਯਕਦਮ ਬਦਲ ਗਏ। ਮੈਨੂੰ ਇੱਕ ਪਿਆਰੇ ਮਿੱਤਰ ਨੇ, ਉਹਨਾਂ ਦਾ ਇੱਕ ਫੋਨ ਕਾਲ ਆਉਂਦੀ, ਕਹਿੰਦੇ ਜੀ ਅਜੇ ਵੀ ਆਮ ਆਦਮੀ ਪਾਰਟੀ ਨੂੰ ਜਿਹੜੇ ਸਰਵੇ 1-2 ਹੋ ਰਹੇ ਲਗਾਤਾਰ, ਉਹਨਾਂ ਦੇ ਵਿੱਚ ਉੱਪਰ ਵਿਖਾਇਆ ਜਾ ਰਿਹਾ। ਤੇ ਮੇਰਾ ਇੱਕ ਸਵਾਲ ਸੀ, ਮੈਂ ਕਿਹਾ ਇਹ ਸਵਾਲ ਨੂੰ ਤੁਸੀਂ ਕੇਜਰੀਵਾਲ ਦੀ ਟੀਮ ਨਾਲ ਜੋੜ ਕੇ ਵੀ ਦੇਖ ਲਓ ਵੀ ਜਦੋਂ ਸਰਵੇ ਕੋਈ ਆਉਂਦਾ ਉਹਦੇ ਵਿੱਚ ਤੁਸੀਂ ਅਕਾਲੀ ਦਲ, ਬੀਜੇਪੀ, ਆਮ ਆਦਮੀ ਪਾਰਟੀ, ਇਹਨਾਂ ਨੂੰ, ਕਾਂਗਰਸ ਨੂੰ ਤਾਂ ਦੇਖਦੇ ਹੋ। ਕੀ SSM ਨਾਂ ਦਾ ਸ਼ਬਦ ਵਿੱਚ ਹੁੰਦਾ? ਸੰਯੁਕਤ ਸਮਾਜ ਮੋਰਚੇ ਦਾ ਨਾਂ ਵਿੱਚ ਹੁੰਦਾ? ਨਹੀਂ ਹੁੰਦਾ। ਜਿਹੜੇ ਸਰਵੇ ਅਜੇ ਤੱਕ ਹੋਇਆ, ਉਹਨਾਂ ਨੇ ਸੰਯੁਕਤ ਸਮਾਜ ਮੋਰਚੇ ਨੂੰ ਅਜੇ ਉਸ ਸਰਵੇ ਦਾ ਹਿੱਸਾ ਨਹੀਂ ਬਣਾਇਆ। ਹੁਣ ਆਮ ਆਦਮੀ ਪਾਰਟੀ ਦੇ ਅੰਦਰ ਇਹ ਫਿਕਰ ਰਹਿੰਦਾ ਹੈ ਕਿ ਕਿੰਨੀ ਵੋਟ, ਕਿਹੜੇ ਵਰਗ ਤੱਕ, ਕਿੱਥੋਂ ਕਿਹੜੀ ਸੀਟ ਤੇ, ਕਿੱਥੇ ਕਿਹੜਾ ਕੈਂਡੀਡੇਟ ਉਹਨਾਂ ਦਾ ਆ ਸਕਦਾ। ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸੁੱਕਣੇ ਪਾ ਕੇ ਬੈਠੀਆਂ। ਇੱਕ ਟਿੱਪਣੀ ਦੇ ਚੱਲਿਓ ਇਹਦੇ ਉੱਤੇ ਕਿ ਸੰਯੁਕਤ ਸਮਾਜ ਮੋਰਚਾ ਆਮ ਆਦਮੀ ਪਾਰਟੀ ਦਾ ਫਿਕਰ ਹੈ ਤਾਂ ਹੈ, ਲੇਕਿਨ ਆਮ ਆਦਮੀ ਕਹਿੰਦੇ ਆ ਕਿ ਅਸੀਂ ਇਹਨਾਂ ਤੇ ਹਮਲਾ ਨਹੀਂ ਕਰਨਾ ਕਿਉਂਕਿ ਅਗਲੇ ਇਹਨਾਂ ਤੇ ਹਮਲਾ ਕਰਨ ਲਈ ਤਿਆਰ ਬੈਠੇ। ਰੰਧਾਵਾ ਜੀ, ਮੈਨੂੰ ਲੱਗਦਾ ਕਿ ਇਸ ਵਾਰੀ ਦੀਆਂ ਚੋਣਾਂ ਬਹੁਤ ਵੱਖਰੀਆਂ ਹੋਣ ਜਾ ਰਹੀਆਂ। ਅੰਗਰੇਜ਼ੀ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਸਿਫੋਲੋਜਿਸਟ ਕਹਿੰਦੇ ਆ, ਜਾਂ ਜਿਹੜੇ ਰਾਜਨੀਤੀ ਦਾ ਸਿਆਸੀ ਵਿਸ਼ਲੇਸ਼ਣ ਕਰਨ ਵਾਲੇ ਜਿਹੜੇ ਮਾਹਰ ਹੁੰਦੇ ਨੇ, ਸ਼ਾਇਦ ਉਹਨਾਂ ਦੀ ਪਕੜ ਦੇ ਵਿੱਚ ਵੀ ਇਸ ਵਾਰੀ ਦੀ ਜਿਹੜੀ ਰਾਜਨੀਤੀ ਉਹ ਆਉਣ ਵਾਲੀ ਨਹੀਂ ਆ, ਕਿਉਂਕਿ ਸਾਨੂੰ ਪਤਾ ਨਹੀਂ ਆ ਕਿ ਜਿਹੜਾ ਸੰਯੁਕਤ ਸਮਾਜ ਮੋਰਚਾ ਉਹ ਕਿੰਨਾ ਕੁ ਹੋਰਾ ਲਾਏਗਾ, ਕਿਸ ਪਾਰਟੀ ਨੂੰ ਲਾਏਗਾ, ਕਿਹਦੀਆਂ ਵੋਟਾਂ ਨੂੰ ਕੱਟੇਗਾ। ਕੀ ਉਸਦਾ ਜਿਹੜਾ ਨੁਕਸਾਨ ਉਹ ਆਮ ਆਦਮੀ ਪਾਰਟੀ ਨੂੰ ਹੋਊਗਾ, ਕੀ ਉਸਦਾ ਨੁਕਸਾਨ ਕਾਂਗਰਸ ਨੂੰ ਹੋਊਗਾ, ਜਾਂ ਸ਼੍ਰੋਮਣੀ ਅਕਾਲੀ ਜਾਂ ਭਾਜਪਾ ਨੂੰ, ਸਾਨੂੰ ਨਹੀਂ ਹਜੇ ਤੱਕ ਪਤਾ। ਲੇਕਿਨ ਇਸ ਵਾਰੀ ਜਿਹੜਾ ਜਦੋਂ ਖਾਸ ਤੌਰ ਤੇ ਚੌਥੀ ਜਾਂ ਪੰਜਵੀਂ ਧਿਰ ਦਾ ਆ ਜਾਣਾ, ਇਹ ਆਪਣੇ ਆਪ ਦੇ ਵਿੱਚ ਬਹੁਤ ਨਿਵੇਕਲੀ ਗੱਲ ਆ। ਹਜੇ ਤੱਕ ਪੰਜਾਬ ਨੇ ਜਦੋਂ ਵੀ ਚੋਣਾਂ ਹੋਈਆਂ ਬੜਾ ਕਲੀਅਰ ਮੈਂਡੇਟ ਦਿੱਤਾ, ਕਦੇ ਵੀ ਇੱਥੇ ਫ੍ਰੈਕਚਰਡ ਮੈਂਡੇਟ ਜਿਹਨੂੰ ਅਸੀਂ ਕਹਿ ਦਿੰਦੇ ਆ, ਜਾਂ ਜਦੋਂ ਕਹਿ ਲਓ ਕਿ ਘੱਟ ਗਿਣਤੀ ਵਾਲੀ ਸਰਕਾਰ ਨਹੀਂ ਆਈ। ਹਮੇਸ਼ਾ ਮੈਜੋਰਿਟੀ ਦਿੰਦੇ ਆ, ਲੋਕ ਇੱਕ ਤਰਫਾ ਫੈਸਲਾ ਕਰਦੇ ਆ। ਕਈ ਵਾਰੀ ਮੈਜੋਰਿਟੀ ਥੋੜੀ ਹੁੰਦੀ ਆ ਤੇ ਕਈ ਵਾਰੀ ਜਿਵੇਂ ਪਿਛਲੀ ਵਾਰ ਵਾਂਗੂ 77 ਸੀਟਾਂ ਦੇ ਕੇ ਵੀ ਕਿਸੇ ਪਾਰਟੀ ਨੂੰ ਜਿਤਾਇਆ ਜਾ ਸਕਦਾ। ਇਹ ਪੰਜਾਬ ਦੀ ਇੱਕ ਤਰ੍ਹਾਂ ਦੀ ਫਿਤਰਤ ਆ। ਲੇਕਿਨ ਇਸ ਵਾਰੀ ਸੰਯੁਕਤ ਸਮਾਜ ਮੋਰਚੇ ਨੇ ਸਾਰਿਆਂ ਨੂੰ ਕਨਫਿਊਜ਼ ਕਰਤਾ। ਸੋ ਇਸੇ ਕਰਕੇ ਤੁਹਾਡੀ ਗੱਲ ਬਿਲਕੁਲ ਠੀਕ ਆ, ਇਹ ਸਾਰੇ ਆਪਣੇ ਪਾਰਟੀ ਦੇ ਹੁਣ ਲੋਕ ਕਿਆਸੇ ਲਾ ਰਹੇ ਆ। ਲੇਕਿਨ ਮੈਨੂੰ ਲੱਗਦਾ ਇਹਦਾ ਕਿਤੇ ਨਾ ਕਿਤੇ ਨੁਕਸਾਨ ਆਮ ਆਦਮੀ ਪਾਰਟੀ ਨੂੰ ਇਸ ਕਰਕੇ ਵੱਧ ਹੋਏਗਾ ਕਿਉਂਕਿ ਉਹਨਾਂ ਦੇ ਨਾਲ ਇੱਕ ਗੱਠਜੋੜ ਹੋਣਾ ਸੀ। ਕਿਉਂਕਿ ਜਿਹੜੇ ਇਲਜ਼ਾਮ ਲਾਏ ਜਾ ਰਹੇ ਆ ਬਲਬੀਰ ਸਿੰਘ ਰਾਜੇਵਾਲ ਹੋਣਾ ਵੱਲੋਂ, ਔਰ ਸਿੱਧੇ ਇਲਜ਼ਾਮ ਆ ਆਮ ਆਦਮੀ ਪਾਰਟੀ ਦੇ, ਉਸ ਦਾ ਅਸਰ ਜਿੱਥੇ ਜਿੱਥੇ ਕਿਸਾਨੀ ਪ੍ਰਭਾਵ ਹੋਏਗਾ, ਕਿਸਾਨੀ ਵੋਟਾਂ ਦਾ ਪ੍ਰਭਾਵ ਹੋਏਗਾ, ਔਰ ਜਿੱਥੇ ਉਹਨਾਂ ਦਾ ਟਾਕਰਾ ਆਮ ਆਦਮੀ ਪਾਰਟੀ ਨਾਲ ਹੋਏਗਾ, ਉੱਥੇ ਇਹ ਚੀਜ਼ ਜਿਹੜੀ ਆ ਉਹ ਜ਼ਰੂਰ ਵੇਖੀ ਜਾਏਗੀ। ਜੀ ਰੰਧਾਵਾ ਜੀ, ਖਿਚੜੀ ਤਾਂ ਪੱਕਦੀ ਰਹੀ। ਪਹਿਲਾਂ ਰਾਜੇਵਾਲ ਨੇ ਕਿਹਾ ਸੀ ਕਿ ਮੈਂ ਮਿਲਿਆ ਸੀ ਕੇਜਰੀਵਾਲ ਨੂੰ, ਮੈਂ ਉਹਨਾਂ ਨੂੰ ਕੁਝ ਸਬੂਤ ਵੀ ਦਿੱਤੇ ਸੀ। ਹੁਣ ਕੇਜਰੀਵਾਲ ਸਾਹਿਬ ਨੇ ਇੱਕ ਕਦਮ ਗਾਂਹ ਜਾ ਕੇ ਜਦੋਂ ਕਹਿਤਾ ਵੀ ਆਏ ਸੀ, ਮੇਰੇ ਘਰ ਹੀ ਆਏ ਸੀ, ਇਹਦਾ ਮਤਲਬ ਘਰ ਜਾਣ ਵਾਲਾ ਬੰਦਾ ਦੂਜੇ ਨੂੰ ਵੱਡਾ ਮੰਨ ਕੇ ਹੀ ਜਾ ਰਿਹਾ ਹੁੰਦਾ। ਨਹੀਂ ਤੇ ਆਮ ਤੌਰ ਤੇ ਲੀਡਰ ਕਹਿੰਦੇ ਯਾਰ ਕਾਮਨ ਥਾਂ ਤੇ ਕਿਤੇ ਰੱਖ ਲਓ, ਕਿਤੇ ਸਾਂਝੇ ਮਿੱਤਰ ਕੋ ਰੱਖ ਲਓ, ਕਿਤੇ ਰਾਹ ਖੜੇ ਗੱਡੀ 'ਚ ਵੀ ਬੜੇ ਲੋਕ ਅੱਜ ਕੱਲ ਮਿਲ ਲੈਂਦੇ ਆ। ਖੈਰ ਇਹ ਚੀਜ਼ਾਂ ਨੂੰ ਛੱਡ ਦਿੰਦੇ ਆ। ਰੌਲਾ ਦੋਵਾਂ ਧਿਰਾਂ ਦਾ ਪੈ ਗਿਆ। ਇੱਕ ਧਿਰ ਜਿਹੜੀ ਅਗਰੈਸ਼ਨ ਨਾਲ ਇਲਜ਼ਾਮ ਲਾਊਗੀ, ਦੂਜੀ ਥੋੜੀ ਸੌਫਟ ਤਰੀਕੇ ਨਾਲ ਲਾਊਗੀ। ਇਹ ਦਿਸ ਗਿਆ, ਪੈਂਤੜੇ ਇਖਤਿਆਰ ਕਰ ਲਏ ਗਏ ਆ। ਲੇਕਿਨ ਇਹ ਇੱਕ ਬਹਿਸ ਦਾ ਵਿਸ਼ਾ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਕਿੱਥੇ ਕਿੱਥੇ ਕੀ ਅਸਰ ਹੋਣਗੇ ਅਜੇ ਤੱਕ ਪਤਾ ਨਹੀਂ ਲੱਗ ਰਿਹਾ। ਹੁਣ ਮੈਂ ਜਿਸ ਖਿੱਤੇ 'ਚ ਬੈਠਾ ਹਾਂ, ਮੈਂ ਇਹਦੀ ਗੱਲ ਕਰਾਂ ਜਿੱਥੇ ਤੁਸੀਂ ਕੰਮ ਕਰਦੇ ਰਹੇ ਹੋ ਬੜੇ ਸਾਲ, ਜਲੰਧਰ, ਦੁਆਬਾ, ਉਹਨੂੰ ਜੇ ਦੋਨਾਂ ਨੂੰ ਵੇਖ ਲਓ, ਇੱਥੇ ਆਮ ਆਦਮੀ ਪਾਰਟੀ ਦਾ ਦੋਵੇਂ ਥਾਈਂ ਅਸਰ ਘੱਟ ਆ। ਸੰਯੁਕਤ ਸਮਾਜ ਮੋਰਚੇ ਦਾ ਵੀ ਮਾਝੇ ਦੁਆਬੇ 'ਚ ਅਸਰ ਘੱਟ ਆ। ਹੁਣ ਇੱਥੇ ਗਹਿ ਕੱਚ ਲੜਾਈ ਦੋਵਾਂ ਥਾਵਾਂ ਤੇ ਹੁੰਦੀ ਰਹੀ ਆ, ਕਾਂਗਰਸ ਦੀ ਔਰ ਅਕਾਲੀ ਦਲ ਦੀ। ਅੱਗੇ ਉਹਨਾਂ ਦੇ ਗੱਠਜੋੜ ਵੱਖਰੇ ਭਾਵੇਂ ਕਿਸੇ ਨਾਲ ਹੋਣ, ਬਸਪਾ ਹੋਵੇ ਜਾਂ ਜੋ ਵੀ ਆ। ਐਤਕੀ ਉਹਦੇ ਵਿੱਚ ਤੁਹਾਨੂੰ ਇੱਕ ਹੋਰ ਫੈਕਟਰ ਮਿਲੂਗਾ। ਮਾਝੇ ਤੇ ਦੁਆਬੇ ਦੇ ਵਿੱਚ ਇੱਕ ਫੈਕਟਰ ਆ ਬੀਜੇਪੀ ਦਾ। ਪਠਾਨਕੋਟ ਵੱਲ ਦੀਆਂ ਸ਼ਹਿਰੀ ਸੀਟਾਂ ਜਿਹੜੀਆਂ ਤੁਸੀਂ ਅੰਮ੍ਰਿਤਸਰ ਦੀਆਂ, ਜਲੰਧਰ ਦੀਆਂ ਜਾਂ ਸ਼ਹਿਰੀ ਹਲਕਿਆਂ ਦੀਆਂ ਜਾਂ ਸਬਅਰਬਨ ਜਿਹੜੀਆਂ ਹੈਗੀਆਂ, ਉਹਨਾਂ ਸਾਰੀਆਂ ਸੀਟਾਂ ਦੇ ਉੱਤੇ ਬੀਜੇਪੀ ਵੰਡੀ ਹੋਈ ਵੋਟ ਦੇ ਵਿੱਚੋਂ ਆਪਣੀ ਵੋਟ ਕਿੰਨੀ ਕੰਸੋਲੀਡੇਟ ਕਰਦੀ ਹੈ, ਇਹ ਅਸਰ ਵੀ ਬੜੇ ਗਹਿਰੇ ਹੋਣ ਵਾਲੇ ਆ। ਇਹਨਾਂ ਦੀ ਕੈਲਕੂਲੇਸ਼ਨ ਅਜੇ ਨਹੀਂ ਕੀਤੀ ਜਾ ਰਹੀ। ਔਰ ਜਿਹੜੀ ਆਮ ਤੌਰ ਤੇ ਸਰਕਾਰ ਬਣਦੀ ਰਹੀ ਹੈ ਇਹਨਾਂ ਦੋ ਖਿੱਤਿਆਂ ਦੇ ਵਿੱਚੋਂ, ਕਿਉਂਕਿ ਮਾਲਵਾ ਤਾਂ ਸਿੱਧਾ ਹੋ ਕੇ ਜਾਂਦਾ ਹੁੰਦਾ ਹੈ ਕਿ ਹਾਂ ਬਈ ਆਰ ਜਾਂ ਪਾਰ। ਮਾਲਵੇ ਨੇ ਬਹੁਤ ਲਹਿਰਾਂ ਵੇਖੀਆਂ ਤੇ ਮਾਲਵੇ ਨੇ ਬਹੁਤ ਰੰਗ ਵੀ ਵਿਖਾਇਆ। ਮਾਝਾ ਤੇ ਦੁਆਬਾ ਅਕਸਰ ਸਰਕਾਰ ਬਣਾਉਣ ਦੇ ਵਿੱਚ ਅਸਰਅੰਦਾਜ਼ ਹੋ ਜਾਂਦੇ ਆ ਕਿਉਂਕਿ ਇੱਥੇ ਕੈਲਕੂਲੇਸ਼ਨ 'ਚ ਜ਼ਿਆਦਾ ਲੋਕ ਪੈ ਜਾਂਦੇ ਆ। ਐਤਕੀ ਕੈਲਕੂਲੇਸ਼ਨਸ ਫੇਲ ਹੋ ਰਹੀਆਂ ਜਿਨ੍ਹਾਂ ਸੀਟਾਂ ਦੇ ਉੱਤੇ
ਜਿਹੜੀ ਵੋਟ ਵੰਡ ਹੈ ਥੋੜੀ ਥੋੜੀ 2-2 4-4 5-5 ਹਜ਼ਾਰ ਵੀ ਜੇ ਕੋਈ ਵੱਖਰੀ ਧਿਰ ਆ ਕੇ ਲੈ ਗਈ ਤੇ ਇਹਨਾਂ ਦੇ ਵਿੱਚੋਂ ਕਿਹਦਾ ਪੱਤਾ ਸਾਫ਼ ਹੋ ਜਾਏਗਾ ਕੋਈ ਪਤਾ ਨਹੀਂ ਲੱਗਣਾ। ਖੈਰ ਆਪਾਂ ਜੇ ਅੱਗੇ ਚੱਲੀਏ ਤਾਂ ਮੈਨੂੰ ਇੰਝ ਲੱਗਦਾ ਹੈ ਕਿ ਇਸ ਵਾਰੀ NRI ਵੀ ਜਿਹੜੇ ਆ ਉਹ ਬਹੁਤੇ ਪੈਸੇ ਪੂਸੇ ਲਾਉਣ ਦੇ ਧਿਆਨ 'ਚ ਨਹੀਂ। ਇਸ ਵਾਰੀ ਕੀ ਹਰ ਵਾਰੀ ਇਲੈਕਸ਼ਨ ਦੇ ਵਿੱਚ ਨਸ਼ੇ ਕਿਸ ਤਰੀਕੇ ਨਾਲ ਚੱਲਦੇ ਆ, ਆਪਾਂ ਲੱਖ ਕਹੀ ਜਾਈਏ ਪੰਜਾਬ ਬਦਲ ਗਿਆ, ਕੁਛ ਨਹੀਂ ਹੈ, ਉਵੇਂ ਹੀ ਇਲੈਕਸ਼ਨ ਹੁੰਦੀ ਆ, ਉਦਾਂ ਹੀ ਮੇਲੇ ਲੱਗਦੇ ਆ, ਉਦਾਂ ਹੀ ਸ਼ਰਾਬਾਂ ਪੀਣ ਵਾਲੇ ਸ਼ਾਮਾਂ ਨੂੰ ਵੀ ਚਲੇ ਜਾਂਦੇ। ਕਈ ਵਾਰੀ ਤੇ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਵੀ ਉੱਥੇ ਮੇਲੇ 24 ਘੰਟੇ ਲੱਗੇ ਰਹਿੰਦੇ ਆ, ਰਾਤ ਨੂੰ ਅੱਧੀ ਰਾਤ ਨਾਲ ਵੀ ਲੋਕਾਂ ਨੂੰ ਘਰੇ ਛੱਡਣ ਜਾ ਰਹੇ ਹੁੰਦੇ ਆ ਲੋਕ। ਸੋ ਲੀਡਰਾਂ ਨੂੰ ਬੜੇ ਸੰਕਟ ਨੇ, ਬੜੀਆਂ ਮੁਸ਼ਕਲਾਂ ਨੇ। ਸੋ ਇਹਦੇ ਉੱਤੇ ਦੋਵਾਂ ਦੇ ਉੱਤੇ ਮੈਨੂੰ ਟਿੱਪਣੀ ਦਿੰਦੇ ਜਾ ਰਹੇ। ਜਿਸ ਤੱਕ NRIs ਦਾ ਸਵਾਲ ਆ, ਨਾਨ ਰੈਜ਼ੀਡੈਂਟ ਇੰਡੀਅਨਸ ਦਾ, ਬਿਲਕੁਲ ਤੁਹਾਡੀ ਗੱਲ ਠੀਕ ਆ। ਮੈਨੂੰ ਅੱਜ ਵੀ ਯਾਦ ਆ ਸਨ 2017 ਦੇ ਵਿੱਚ ਜਹਾਜ਼ ਭਰ ਕੇ ਆਉਂਦੇ ਹੁੰਦੇ ਸੀ। ਬਹੁਤ ਸਾਰੇ ਸਾਡੇ NRI ਭੈਣ ਭਰਾਵਾਂ ਦਾ ਬੜਾ ਇੰਟਰਸਟ ਸੀ, ਉੱਥੋਂ ਆਪ ਆਉਂਦੇ ਸੀ, ਪ੍ਰਚਾਰ ਕਰਦੇ ਸੀ। ਲੇਕਿਨ ਇਸ ਵਾਰੀ ਅਸੀਂ ਉਸ ਤਰ੍ਹਾਂ ਦਾ ਉਤਸ਼ਾਹ ਨਹੀਂ ਦੇਖ ਰਹੇ। ਇੱਕ ਗੱਲ ਤਾਂ ਹੋ ਸਕਦੀ ਹੈ ਕਿਉਂਕਿ COVID-19 ਵਾਇਰਸ ਦਾ ਫੈਲਾਅ ਆ, ਉਹਦਾ ਭਮਾਰਾ, ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ। ਲੇਕਿਨ ਦੂਸਰਾ ਕਾਰਨ ਮੈਂ ਕਈ ਜਗ੍ਹਾ ਤੇ ਪੜ੍ਹ ਵੀ ਰਿਹਾ ਸੀ, ਸੁਣ ਵੀ ਰਿਹਾ ਸੀ ਕਿ ਇਸ ਵਾਰੀ ਉਤਸ਼ਾਹ ਇਸ ਕਰਕੇ ਨਹੀਂ ਹੈ ਕਿ ਜਿਹੜੇ ਪੋਲੀਟੀਸ਼ੀਅਨਸ ਨੇ, ਪੰਜਾਬ ਦੇ ਸਿਆਸੀ ਨੇਤਾ ਨੇ, ਉਹਨਾਂ ਦੀਆਂ ਜਾਂ ਸਾਡੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ। ਬਹੁਤ ਨਿਰਾਸ਼ਾ ਹੱਥ ਲੱਗੀ ਹੈ। ਜਦੋਂ ਵੀ ਕੋਈ ਵਿਅਕਤੀ ਨਵਾਂ ਆਉਂਦਾ ਤੇ ਦਾਅਵੇ ਕਰਦਾ ਕਿ ਇਸ ਵਾਰੀ ਮੈਂ ਕੋਈ ਬਦਲਾਅ ਲੈ ਕੇ ਆਉਂਗਾ, ਲੇਕਿਨ ਜਿਸ ਤਰ੍ਹਾਂ ਹੀ ਉਹ ਅੱਗੇ ਵੱਧਦਾ ਜਾਂ ਸਿਆਸਤ ਦੇ ਵਿੱਚ ਥੋੜਾ ਜਿਹਾ ਉਹ ਪੱਕਾ ਹੁੰਦਾ, ਨਾਲ ਹੀ ਜਿਹੜੇ ਉਹਦੇ ਹਾਵ ਭਾਵ ਆ, ਉਹਦੇ ਰੰਗ ਆ, ਉਹ ਬਦਲਣ ਲੱਗ ਜਾਂਦੇ ਆ। ਇਸ ਗੱਲ ਦੀ ਨਿਰਾਸ਼ਾ ਅਕਸਰ ਲੋਕਾਂ ਨੂੰ ਝੱਲਣੀ ਪੈਂਦੀ ਆ। ਜਿਸ ਤੱਕ ਰੰਧਾਵਾ ਜੀ ਤੁਸੀਂ ਡਰੱਗਸ ਦੀ ਗੱਲ ਕੀਤੀ ਹੈ, ਇਹ ਬਹੁਤ ਅਹਿਮ ਮਸਲਾ, ਔਰ ਅਕਸਰ ਚੋਣਾਂ ਦੇ ਦੌਰਾਨ ਸ਼ਰਾਬ ਦਾ ਜਿਹੜਾ ਵਰਤਾਅ ਉਹ ਤਾਂ ਅਸੀਂ ਅਕਸਰ ਦੇਖਦੇ ਹਾਂ, ਰੈਲੀਜ਼ ਹੋਣ ਜਾਂ ਜਿਹੜੀਆਂ ਜਿੱਥੇ ਵੀ ਜਿਹੜਾ ਚੋਣਾਂ ਦਾ ਪ੍ਰਚਾਰ ਹੁੰਦਾ, ਉੱਥੇ ਅਕਸਰ ਇਹ ਖੁੱਲ੍ਹੇਆਮ ਚੱਲਦੀ ਆ। ਅਕਸਰ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਆਬਜ਼ਰਵਰਸ ਹੁੰਦੇ ਆ, ਉਹ ਵੀ ਇਸ ਉੱਤੇ ਰੋਕ ਨਾ ਲਾਉਣ ਦੇ ਵਿੱਚ ਬਿਲਕੁਲ ਉਹ ਕਾਮਯਾਬ ਨਹੀਂ ਹੁੰਦੇ, ਅਕਸਰ ਉਹ ਨਾਕਾਮਯਾਬ ਹੁੰਦੇ ਆ। ਲੇਕਿਨ ਜਿਹੜੀ ਇੱਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਮੈਂ ਤੁਹਾਨੂੰ ਉਦਾਹਰਨ ਦੇਣਾ ਚਾਹੁੰਦਾ, ਬਹੁਤ ਇਹ ਅਹਿਮ ਮਸਲਾ। ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਸਟਿਸ ਅਜੇ ਤਿਵਾੜੀ ਤੇ ਜਸਟਿਸ ਪੰਕਜ ਜੈਨ, ਉਹ ਕੋਈ 27 ਮਾਮਲੇ ਨੇ NDPS ਐਕਟ ਦੇ, ਉਹਨਾਂ ਤੇ ਸੁਣਵਾਈ ਕਰ ਰਹੇ ਸੀ ਤੇ ਮਾਮਲਾ ਆ ਗਿਆ ਪੰਜਾਬ ਦਾ। ਤੇ ਪੰਕਜ ਜੈਨ ਹੋਣਾ ਨੇ, ਜਸਟਿਸ ਪੰਕਜ ਜੈਨ, ਉਹਨਾਂ ਨੇ ਬੜੀ ਕਮਾਲ ਦੀ ਟਿੱਪਣੀ ਕੀਤੀ ਆ। ਉਹ ਕਹਿੰਦੇ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਆ, 5 ਦਰਿਆ, ਉਹ ਚ ਖੁਸ਼ਹਾਲ ਜਿਹੜੇ ਕਿਸਾਨ, ਲਹਿ ਲਹਾਉਂਦੇ ਜਿਹੜੇ ਸਰੋਂ ਦੇ ਖੇਤ, ਕਹਿੰਦੇ ਇਹਨਾਂ ਦੀ ਗੱਲ ਤਾਂ ਹੁੰਦੀ ਹੈ। ਕਹਿੰਦੇ ਤੁਸੀਂ ਨਸ਼ਿਆਂ ਦੀ ਵੀ ਗੱਲ ਕੀਤੀ ਹੈ ਕਦੇ? ਕਿਸੇ ਹਿਸਾਬ ਨਾਲ ਨਸ਼ਿਆਂ ਨੇ ਪੰਜਾਬ ਨੂੰ ਕਦੇ ਬਰਬਾਦ ਕਰਤਾ? ਉਹਨਾਂ ਨੇ ਉਦਾਹਰਨ ਦਿੱਤੀ, ਕਹਿੰਦੇ ਪਿਛਲੇ ਕੁਝ ਸਮੇਂ 'ਚ 16,000 ਲੋਕਾਂ ਨੂੰ ਨਸ਼ਿਆਂ ਦੇ ਮਾਮਲੇ ਦੇ ਵਿੱਚ ਸਜ਼ਾਵਾਂ ਹੋਈਆਂ ਨੇ, ਤੇ ਇਹਨਾਂ 'ਚੋਂ ਬਹੁਤ ਸਾਰੇ ਜਿਹੜੇ ਲੋਕ ਆ, ਮੈਜੋਰਿਟੀ ਲੋਕ ਆ, ਉਹ ਪੰਜਾਬ ਤੋਂ ਆ। ਫਿਰ ਉਹਨਾਂ ਨੇ ਸਨ 2012 ਦੀ ਇੱਕ ਉਦਾਹਰਨ ਦਿੱਤੀ। ਉਸ ਵੇਲੇ ਤੁਸੀਂ ਦੇਖੋ 450 ਕਿਲੋਗ੍ਰਾਮ ਦੇ ਕਰੀਬ ਜਦੋਂ ਚੋਣਾਂ ਹੋ ਰਹੀਆਂ ਸੀ ਸਨ 2012 ਦੇ ਵਿੱਚ, ਹੈਰੋਇਨ ਫੜੀ ਗਈ 430 ਕਿਲੋਗ੍ਰਾਮ, ਤੇ ਇਸੇ ਤਰ੍ਹਾਂ 55 ਕਿਲੋ ਦੇ ਗ੍ਰਾਮ ਪੌਪੀ ਹਸਕ, ਜਿਹਨੂੰ ਅਸੀਂ ਭੁੱਕੀ ਕਹਿ ਦਿੰਦੇ ਆ, ਉਹ ਫੜੀ ਗਈ। ਉਹ ਕਹਿੰਦੇ ਤੁਸੀਂ ਕਰ ਕੀ ਰਹੇ ਹੋ? ਇੱਕ ਉਹਨਾਂ ਨੇ 2-3 ਸਵਾਲ ਅਹਿਮ ਉਠਾਏ ਆ। ਉਹ ਕਹਿੰਦੇ ਕੀ ਪੰਜਾਬ ਸਰਕਾਰ ਨੇ ਕੋਈ ਸਟੱਡੀ ਕਰਵਾਈ ਆ ਕਿ ਕਿੱਥੇ ਕਿਹੜੇ ਜ਼ਿਲ੍ਹੇ ਦੇ ਵਿੱਚ ਵੱਧ ਨਸ਼ੇ ਆ? ਕੀ ਕਿਸੇ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਐਕਸਪਰਟਸ ਨੇ ਉਹਨਾਂ ਦੀ ਰਾਏ ਲਿੱਤੀ ਹੈ? ਇਹ ਸਾਰਾ ਕੁਝ ਉਹਨਾਂ ਨੇ ਕਿਹਾ, ਔਰ ਬੜੀ ਹੈਰਾਨੀ ਹੋਈ ਇਸ ਗੱਲ ਦੀ ਕਿ ਇਸ ਦਾ ਕੋਈ ਜਵਾਬ ਨਹੀਂ ਸੀ। ਦੇਖੋ ਰੰਧਾਵਾ ਜੀ, ਮੈਂ ਇੱਕ ਜਾਂਦੇ ਜਾਂਦੇ ਗੱਲ ਜ਼ਰੂਰ ਕਹੂੰਗਾ ਕਿ ਅਸੀਂ ਅਕਸਰ ਇਸ ਨੂੰ ਸਿਰਫ ਬਿਕਰਮ ਸਿੰਘ ਮਜੀਠੀਆ ਬਨਾਮ ਕਾਂਗਰਸ ਇਸ ਡਰੱਗਸ ਦੇ ਮਾਮਲੇ ਨੂੰ ਬਣਾ ਦਿੰਦੇ ਆ, ਜਾਂ ਬੜੇ ਵੱਡੇ, ਲੇਕਿਨ ਆਮ ਜਿਹੜੇ ਲੋਕ ਆ ਉਹ ਇਸ ਨਾਲ ਬੜੇ ਪ੍ਰਭਾਵਿਤ ਹੁੰਦੇ। ਇੱਕ ਟਿੱਪਣੀ ਮੈਂ ਭੁੱਲ ਗਿਆ ਸੀ ਜਸਟਿਸ ਪੰਕਜ ਜੈਨ ਦੀ, ਉਹ ਕਹਿੰਦੇ ਪੰਜਾਬ ਦਾ ਹਾਲ ਇਸ ਤਰ੍ਹਾਂ ਜਿਵੇਂ ਆਪਣੀ ਬੁੱਕਲ 'ਚ ਕਿਸੇ ਮਾਂ ਨੇ ਆਪਣੇ ਮੁੰਡੇ ਦੀ ਲਾਸ਼ ਫੜ ਕੇ ਉਹ ਰੋਂਦੀ ਹੁੰਦੀ ਆ, ਇਹ ਹਾਲ ਆ ਕਹਿੰਦੇ ਪੰਜਾਬ ਦਾ। ਓਵਰਡੋਜ਼ ਨਾਲ ਇੰਨਾ ਬੁਰਾ ਹਾਲ ਹੋ ਰਿਹਾ। ਸੋ ਵਾਕਿਆ ਮੈਨੂੰ ਲੱਗਦਾ ਉਹੀ ਗੱਲ ਫਿਰ ਮੈਂ ਕਹਿੰਦਾ, ਇਹ ਕਿਉਂ ਸਾਨੂੰ ਕੋਰਟਾਂ ਨੂੰ ਹੀ ਧਿਆਨ ਦਿਵਾਉਣਾ ਪੈਂਦਾ ਕਿ ਸਰਕਾਰਾਂ ਜਿਹੜੀਆਂ ਪੰਜਾਬ ਦੇ ਜਾਂ ਲੋਕਾਂ ਦੇ ਨੁਮਾਇੰਦੇ ਆ, ਇਹ ਨਹੀਂ ਇਹ ਗੱਲਾਂ ਸੋਚਦੇ? ਜੀ ਰੰਧਾਵਾ ਜੀ। ਬਿਲਕੁਲ ਠੀਕ ਹੈ। ਕਈ ਵਾਰੀ ਕਈ ਤਸਵੀਰਾਂ ਲੁਕਾ ਲਈ ਦੀਆਂ ਆਪਣੀਆਂ ਨੇ ਨਾ। ਮੈਂ ਕਈ ਵਾਰੀ ਐਸੇ ਨੌਜਵਾਨ, ਛੋਟੀ ਉਮਰ ਦੇ ਨੌਜਵਾਨਾਂ ਨੂੰ ਦੇਖਿਆ, ਔਰ ਮੈਂ ਬਹੁਤ ਮਤਲਬ ਜਜ਼ਬਾਤੀ ਹੋ ਕੇ ਗੱਲ ਕਹਿ ਰਿਹਾ। ਅੱਧਾ ਘੰਟਾ ਮੈਂ ਦੇਖਿਆ ਟਿਕਟਕੀ ਲਾ ਕੇ, ਮੈਂ ਨਾਂ ਥਾਂ ਨਹੀਂ ਦੱਸੂਗਾ, ਨਾੜਾਂ ਨਹੀਂ ਲੱਭਦੀਆਂ। ਉਹ ਜਿਨ੍ਹਾਂ ਨੇ ਅਜੇ ਉਮਰ ਸ਼ੁਰੂ ਕਰਨੀ ਹੈ 20 ਸਾਲ ਤੇ, ਨਾੜਾਂ ਨਹੀਂ ਲੱਭਦੀਆਂ, ਲੱਗੇ ਹੁੰਦੇ ਆ। ਔਰ ਉਹ ਇੱਕੋ ਹੀ ਸਿਰਿੰਜ, ਮੈਂ ਤੁਹਾਨੂੰ ਕਿਵੇਂ ਦੱਸਾਂ, ਮੈਂ ਹੁਣ ਦੱਸ ਵੀ ਨਹੀਂ ਸਕਦਾ। ਮੈਂ ਸਹੀ ਮਾਨਿਆਂ ਦੇ ਵਿੱਚ ਇਹ ਸਥਿਤੀ ਸਮਝਦਾ ਹੈ ਕਿ ਬਹੁਤ ਬੁਰਾ ਹਾਲ ਆ।
ਜਿਨ੍ਹਾਂ ਦੇ ਬਚੇ ਹੋਏ ਨੇ ਉਹਨਾਂ ਲਈ ਇਹ ਦੁਨੀਆ ਰੰਗੀਲੀ ਆ, ਲੇਕਿਨ ਜਿਨ੍ਹਾਂ ਨੂੰ ਲੱਭ ਕੇ ਲਿਆਉਣੇ ਪੈਂਦੇ ਆ, ਪੁੱਛ ਕੇ ਦੇਖਿਓ ਉਹਨਾਂ ਰਾਹਾਂ ਤੇ ਚਲੇ ਕਿੱਦਾਂ ਗਏ, ਕਿਸੇ ਨੂੰ ਕੱਖ ਨਹੀਂ ਪਤਾ। ਸਾਨੂੰ ਜੋ ਸਾਫ਼-ਸਾਫ਼ ਦਿਸਦਾ ਉਹਨੂੰ ਹੀ ਅਸੀਂ ਅੱਗੇ ਵਧਾਈ ਜਾਂਦੇ ਆ। ਤਸਵੀਰ ਦਾ ਇੱਕ ਬਹੁਤ ਕਰੂਪ ਪੱਖ ਆ ਅਜੇ ਨਹੀਂ ਦੱਸਿਆ। ਸੱਚ ਜਿਹੜੇ ਇੱਧਰ ਪੈ ਗਏ ਨੇ ਉਹ ਹੋਰਾਂ ਨੂੰ ਵੀ ਪਾਈ ਜਾਂਦੇ ਨੇ, ਔਰ ਇਹ ਸਿਲਸਿਲਾ ਵੱਡਾ ਹੁੰਦਾ ਜਾਂਦਾ। ਤੁਸੀਂ ਮੈਂ ਫਿਰ ਇੱਕ ਵਾਰੀ ਕਹੂੰਗਾ, ਕੱਲ 2 ਨੌਜਵਾਨ ਬਠਿੰਡੇ ਵਾਲੀ ਸਾਈਡ ਤੇ ਗੋਲੀਆਂ ਮਾਰ ਕੇ ਕਤਲ ਕਰਤੇ, ਕਿਧਰੇ ਅਸੀਂ ਜਿਹੜੀਆਂ ਐਕਸੀਡੈਂਟਸ ਦੀਆਂ ਗੱਲਾਂ ਕਰਦੇ ਹਾਂ ਬੇਸ਼ੁਮਾਰ। ਅਸੀਂ ਅਜੇ ਸਿਸਟਮ ਨੂੰ ਦਰੁਸਤ ਕਰਨਾ ਹੈ, ਅਜੇ ਅਸੀਂ ਕਰਨਾ ਹੈ। ਤੇ ਸੱਚਮੁੱਚ ਫਿਰ ਇੱਕ ਗੱਲ ਆਖਰ ਚ ਆਉਂਦੀ ਹੁੰਦੀ ਹੈ ਕਿ ਕਿੰਨਾ ਕੁ ਜੁਡੀਸ਼ਰੀ ਕਰੂਗੀ। ਆਪਾਂ ਤੇ ਅੱਖਾਂ ਹੀ ਮੀਟ ਲੈਨੇ ਆ। ਅਸੀਂ ਕਈ ਵਾਰੀ ਸੋਚਦੇ ਹਾਂ ਕਿ ਇਹਨਾਂ ਦਿਨਾਂ 'ਚ ਤੇ ਹੋਰ ਜ਼ਿਆਦਾ ਅੱਛਾ, ਜਿਹੜੇ ਸ਼ਰਾਬ ਪੀਣ ਵਾਲੇ ਆ ਜਾਂ ਜਿਹੜੇ ਇਸ ਤਰ੍ਹਾਂ ਦੇ ਲੋਕ, ਉਹਨਾਂ ਨੂੰ ਚੀਜ਼ਾਂ ਮੁਹੱਈਆ ਕਰਾ ਕੇ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਹਾਂ। ਗਲਤੀਆਂ ਤੇ ਹੋ ਰਹੀਆਂ, ਕਿਹਨੂੰ ਕੋਸਾਂਗੇ। ਬਹੁਤ ਅੱਗੇ ਲੰਘ ਆਏ ਆ। ਅਸੀਂ ਉੱਤਰ ਪ੍ਰਦੇਸ਼ ਦੀ ਗੱਲ ਕਰਨੀ ਸੀ, ਉੱਥੇ ਇੱਕ ਹੋਰ ਮੰਤਰੀ ਚਲੇ ਗਏ। ਮੈਂ ਜਾਂਦਾ ਹੋਇਆ ਚਾਹੂੰਗਾ ਕਿ ਤੁਸੀਂ ਬੀਜੇਪੀ ਦੀ ਜਿਹੜੀ ਜਲੰਧਰ 'ਚ ਮੀਟਿੰਗ ਹੋਈ ਆ ਉਹਦਾ ਜ਼ਰੂਰ ਜ਼ਿਕਰ ਕਰ ਜਾਓ, ਕਿਉਂਕਿ ਸਮਾਂ ਥੋੜਾ ਮੈਂ ਜਲਦੀ ਦੱਸ ਦਿੰਦਾ। ਦਰਅਸਲ ਰੰਧਾਵਾ ਜੀ, ਬੀਜੇਪੀ ਨੇ ਇੱਕ ਸੀਕ੍ਰੇਟ ਬੈਲਟ ਰਾਹੀਂ ਉਹਨਾਂ ਨੇ ਸੋਚਿਆ ਕਿ ਅਸੀਂ ਕਿਸ ਤਰ੍ਹਾਂ ਆਪਣੇ ਨੋਮੀਨੀਜ਼ ਚੁਣੀਏ। ਜਲੰਧਰ ਇੱਕ ਇਹ ਜਿਹੜੀ ਆ ਉਹ ਸਭਾ ਰੱਖੀ ਗਈ ਸੀ। 117 ਕੌਂਸਟੀਟਿਊਐਂਸੀ ਨੂੰ ਉਹਨਾਂ ਨੇ 13 ਲੋਕ ਸਭਾ ਦੇ ਹਲਕਿਆਂ 'ਚ ਵੰਡ ਲਿਆ ਤੇ 13 ਜਗ੍ਹਾ ਤੇ ਉਹਨਾਂ ਨੇ ਵੱਡੇ ਜਿਹੜੇ ਮੈਰਿਜ ਪੈਲੇਸਿਸ ਸੀ ਉਹ ਵੀ ਬੁੱਕ ਕਰਾ ਲਏ। ਸੀਕ੍ਰੇਟ ਬੈਲਟ ਉਹਨਾਂ ਨੇ ਸੋਚਿਆ ਸੀ ਕਿ ਬੜੇ ਗੁਪਤ ਢੰਗ ਦੇ ਨਾਲ ਅਸੀਂ ਨੋਮੀਨੀ ਚੁਣਾਂਗੇ, ਯਾਨੀ ਕਿ ਕਿਹਨਾਂ ਨੂੰ ਅਸੀਂ ਟਿਕਟ ਦੇਣੀ ਆ ਉਹ ਚੁਣਾਂਗੇ। ਇਕੱਠੇ ਕਰ ਲਏ ਗਏ। ਜਦੋਂ ਉਸ ਦੇ ਵਿੱਚ ਵੋਟਾਂ ਪਈਆਂ, ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਮਨੋਰੰਜਨ ਕਾਲੀਆ ਨੇ ਜਲੰਧਰ ਦੇ, ਉਹਨਾਂ ਨੂੰ ਅੰਮ੍ਰਿਤਸਰ ਦੀ ਇੱਕ ਲੋਕ ਸਭਾ ਜਿਹੜੀ ਸੀਟ ਆ ਉਹਨਾਂ ਦਾ ਇੰਚਾਰਜ ਬਣਾਇਆ ਗਿਆ ਸੀ। ਸੀਟਾਂ ਜਦੋਂ ਉੱਥੇ ਵੋਟਾਂ ਪਈਆਂ ਤੇ ਉਹਨਾਂ ਨੂੰ ਪਤਾ ਸੀ ਕਿ 15 ਵੋਟਾਂ ਪਾਈਆਂ ਨੇ। ਜਦੋਂ ਡੱਬਾ ਖੋਲਿਆ ਗਿਆ ਤੇ ਉਹ 25 ਵੋਟਾਂ ਨਿਕਲੀਆਂ, ਰੌਲਾ ਪੈ ਗਿਆ। ਇਹੋ ਜਿਹਾ ਹੀ ਰੌਲਾ ਹੋਰ ਕੌਂਸਟੀਟਿਊਐਂਸੀਜ਼ ਦੀ ਪਿਆ। ਇਸ ਕਰਕੇ ਪਹਿਲੀ ਹੀ ਬੈਠਕ ਦੇ ਵਿੱਚ ਜੋ ਭਾਜਪਾ ਗੁਪਤ ਢੰਗ ਦੇ ਨਾਲ ਚਾਹੁੰਦੀ ਸੀ ਕਿ ਨੋਮੀਨੀ ਸਾਡੇ ਜਾਂ ਕੈਂਡੀਡੇਟਸ ਚੁਣੀਏ, ਉਸ ਵਿੱਚ ਰੌਲਾ ਪੈ ਗਿਆ। ਕਿਉਂਕਿ ਸਾਰਾ ਕੁਝ ਹਰੇਕ ਪਾਰਟੀ 'ਚ ਠੀਕ ਨਹੀਂ ਹੈ। ਸੋ ਭਾਜਪਾ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸੋਚਣਾ ਪਊਗਾ। ਔਰ ਇਸ ਤੋਂ ਬਾਅਦ ਨਾ ਗਜਿੰਦਰ ਸ਼ੇਖਾਵਤ ਦੀ, ਨਾ ਮਨੋਰੰਜਨ ਕਾਲੀਆ ਦੀ, ਨਾ ਅਸ਼ਵਨੀ ਸ਼ਰਮਾ ਦੀ ਕੋਈ ਟਿੱਪਣੀ ਨਹੀਂ ਆਈ। ਅਸੀਂ ਉਮੀਦ ਕਰਦੇ ਹਾਂ ਸ਼ਾਇਦ ਉਹ ਇਸ ਗੱਲ ਤੇ ਕੋਈ ਨਾ ਕੋਈ ਟਿੱਪਣੀ ਜਾਂ ਸਫਾਈ ਜ਼ਰੂਰ ਦੇਣਗੇ। ਜੀ ਰੰਧਾਵਾ ਜੀ, ਬਿਲਕੁਲ ਦੇਣੀ ਬਣਦੀ ਆ। ਮੈਂ ਜਿਹੜੀ ਪਹਿਲਾਂ ਗੱਲ ਕਹੀ, ਮੈਂ ਇੱਕ ਵਾਰੀ ਰਿਪੀਟ ਉਹਨੂੰ ਕਰਦਿਆਂ ਕਿ ਤੁਸੀਂ ਕਹੋਗੇ ਕਿ ਅਸੀਂ ਜ਼ਿੰਮੇਵਾਰੀ ਨਹੀਂ ਨਿਭਾਉਂਦੇ, ਵਹਿੰਦੇ ਰਹਿ ਜਾਂਦੇ ਆ। ਮੈਂ ਸੱਚਮੁੱਚ ਇੱਕ ਆਪਣੀ ਵਰਕ ਪਲੇਸ ਤੋਂ ਇੱਕ ਤੋਂ ਵੱਧ ਵਾਰੀ ਦੇਖਿਆ ਕਿ ਕੁਝ ਸੁੰਨਸਾਨ ਥਾਵਾਂ ਤੇ ਨੌਜਵਾਨ ਇਸ ਤਰੀਕੇ ਨਾਲ ਕਰ ਰਹੇ ਹੁੰਦੇ ਆ। ਮੈਂ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਸੰਬੰਧਿਤ ਅਫੀਸਰਸ ਨੂੰ ਕਿਹਾ, ਉਹ ਕਹਿੰਦੇ ਜੀ ਕੋਈ SHO ਇਸ ਤਰ੍ਹਾਂ ਦੇ ਬੱਚਿਆਂ ਨੂੰ ਥਾਣਿਆਂ 'ਚ ਵੀ ਰੱਖਣ ਤੋਂ ਡਰਦੇ ਆ, ਕਿਉਂਕਿ ਪਤਾ ਨਹੀਂ ਹੁੰਦਾ ਸਥਿਤੀ ਕਿਹੋ ਜਿਹੀ ਹੈ, ਕਿਹਦੀ ਮੌਤ ਹੋ ਜੇ। ਮੁੜ ਕੇ ਅਫਸਰਾਂ ਨੂੰ ਤਾ ਉਮਰ ਅਦਾਲਤਾਂ ਦੇ ਚੱਕਰ ਲਾਉਣੇ ਪੈਂਦੇ ਆ, ਨਸ਼ੇ ਮੁਹੱਈਆ ਈਵਨ ਕਰਾਉਣੇ ਪੈਂਦੇ ਆ। ਜਿਹੜੇ ਜਾਂ ਤਾਂ ਉਹਨਾਂ ਨੂੰ ਤੁਸੀਂ ਕਿਸੇ ਨਸ਼ਾ ਛਡਾਊ ਕੇਂਦਰ 'ਚ ਲੈ ਜਾਓ, ਨਸ਼ਾ ਛਡਾਊ ਕੇਂਦਰਾਂ ਨੂੰ ਵੀ ਤੁਹਾਨੂੰ ਵਿਧੀਵਤ ਤਰੀਕੇ ਨਾਲ ਚਲਾਉਣ ਦੀ ਲੋੜ ਆ। ਮੈਂ ਇੱਕ ਵਾਰੀ ਫਿਰ ਤਾਂ ਉਸ ਮਸਲੇ ਤੇ ਆਇਆ ਕਿ ਜਿੰਨਾ ਚਿਰ ਤੁਸੀਂ ਅੱਖਾਂ ਖੋਲ ਕੇ ਚਾਰ ਚੁਫੇਰੇ ਮਾਪੇ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦੇਣਗੇ ਤੇ ਸਿਸਟਮ ਜਿਹੜਾ ਸਪਲਾਈ ਚੇਨ ਨਹੀਂ ਤੋੜੂਗਾ, ਉਹਨਾਂ ਚਿਰ ਇਹ ਚੀਜ਼ਾਂ ਰੁਕਣ ਵਾਲੀਆਂ ਨਹੀਂ। ਅਜੇ ਇਹਦੇ ਤੇ ਕੰਮ ਹੋਣਾ ਬਹੁਤ ਆ, ਪਰ ਇਲੈਕਸ਼ਨ ਦੇ ਵੇਲੇ ਚੀਜ਼ਾਂ ਯਾਦ ਆ ਜਾਂਦੀਆਂ। ਫਿਰ 4.5 ਸਾਲ ਆਨੰਦ ਨਾਲ ਜ਼ਿੰਦਗੀ ਚੱਲਦੀ ਰਹਿੰਦੀ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।